ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰਿਆਂ ਤੋਂ ਪਹਿਲਾਂ ਤਾਂ ਕਿਉਂਕਿ ਪੱਛਮੀ ਸੱਭਿਅਤਾ ਅਨੁਸਾਰ ਫਾਦਰ ਡੇ ਮਨਾਇਆ ਜਾਂਦਾ ਹੈ ਅਤੇ ਸਾਡੀ ਕੌਮ ਦੇ, ਸਾਡੇ ਪੰਥ ਦੇ, ਸਾਡੇ ਖਾਲਸੇ ਦੇ, ਜੋ ਕਿ ਉਹ ਪਿਤਾ, ਪਰਮ ਪਿਤਾ ਜਿਨ੍ਹਾਂ ਨੇ ਆਪਣੇ ਨਿੱਜ ਨੂੰ ਤਿਆਗ ਕੇ, ਐਂ ਕਹਿ ਲਓ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਸਾਨੂੰ ਧੀ ਪੁੱਤ ਬਣਾਇਆ। ਸੋ ਮੈਂ ਤਾਂ ਉਹਨਾਂ ਨੂੰ ਹੀ ਪਿਤਾ ਸਮਝ ਕੇ ਉਹਨਾਂ ਨੂੰ ਹੀ ਮੁਬਾਰਕਬਾਦ ਦਿੰਦਾ ਅਤੇ ਉਹਨਾਂ ਦੇ ਹੀ ਚਰਨਾਂ ਦੇ ਵਿੱਚ ਫਤਿਹ ਅਰਜ਼ ਕਰਦੇ ਹਾਂ ਜੀ। ਮੁਬਾਰਕ ਡੇ ਪਿਤਾ ਸਾਡੇ ਸ਼ਾਹੇ ਸ਼ਹਿਨਸ਼ਾਹ ਮਹਾਬਲੀ ਯੋਧੇ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸਾਹਿਬ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਜੋ ਸਾਡੇ ਪਿਤਾ ਨੇ, ਦਸ਼ਮੇਸ਼ ਪਿਤਾ ਜਿਨ੍ਹਾਂ ਨੂੰ ਕਹਿ ਕੇ ਯਾਦ ਕਰਦੇ ਹਾਂ। ਸੋ ਉਸ ਫਾਦਰ ਡੇ 'ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਅਤੇ ਆਓ ਫਤਿਹ ਦੀ ਸਾਂਝ ਉਹਨਾਂ ਦੇ ਨਾਮ 'ਤੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲ ਵੀ ਆਪਾਂ ਕਰ ਰਹੇ ਹਾਂ ਜਿਹੜੀ, ਉਹ ਵੀ ਉਸੇ ਯੋਧੇ ਦੀ ਕਰ ਰਹੇ ਹਾਂ ਜਿਹੜਾ ਉਸ ਪਰਮ ਪਿਤਾ ਦਾ ਖਾਸ ਪੁੱਤ ਬਣ ਕੇ ਸਾਹਮਣੇ ਆਇਆ। ਉਹ ਪੁੱਤ ਜਿਹੜਾ ਸਾਰੇ ਗੁਣਾਂ ਨਾਲ ਭਰਪੂਰ ਸਪੁੱਤਰ ਸੀ, ਕਿਉਂਕਿ ਵਿਦਵਾਨ ਆਮ ਤੌਰ 'ਤੇ ਇੱਕ ਲਫ਼ਜ਼ ਦੱਸਦੇ ਨੇ ਕਿ ਪੁੱਤ ਬਣਨਾ ਕੋਈ ਔਖਾ ਨਹੀਂ। ਕਿਸੇ ਦੇ ਘਰੇ ਜਨਮ ਲੈ ਕੇ ਪੁੱਤ ਬਣ ਗਿਆ, ਅੱਗੇ ਸਪੁੱਤਰ ਔਰ ਕਪੁੱਤਰ, ਇਹ ਦੋ ਆਪਸ਼ਨ ਨੇ, ਸਪੁੱਤਰ ਜਾਂ ਕਪੁੱਤਰ। ਪੁੱਤ ਤਾਂ ਜਨਮ ਦੇ ਨਾਲੇ ਬਣ ਗਿਆ। ਸੋ ਉਸ ਸਪੁੱਤਰ ਦੀ ਗੱਲ ਆਪਾਂ ਕਰ ਰਹੇ ਸੀ, ਗੁਰੂ ਦਾ ਸ਼ੇਰ ਬਾਬਾ ਬੰਦਾ ਸਿੰਘ ਬਹਾਦਰ। ਸੋ ਆਪਾਂ ਗੱਲ ਕਰ ਰਹੇ ਸੀ ਕਿ ਦਿੱਲੀ ਦੇ ਵਿੱਚ ਦੋ ਖੂਨ ਦੀਆਂ ਨਦੀਆਂ ਬਰਾਬਰ ਬਰਾਬਰ ਵਹਿੰਦੀਆਂ ਸੀ, ਇੱਕ ਆਪਣਿਆਂ ਦੀ ਅਤੇ ਇੱਕ ਬਗਾਨਿਆਂ ਦੀ। ਕਿਸੇ ਮਾੜੇ ਟਾਈਮ ਨੂੰ ਬਾਬਰ ਦੀ ਵੰਸ਼ ਔਰੰਗਜ਼ੇਬ ਪੈਦਾ ਹੋਇਆ, ਜਿਹੜਾ ਐਂ ਸਮਝ ਲਓ ਇਸ ਵੰਸ਼ ਨੂੰ ਖਤਮ ਕਰਨ ਦਾ ਹੀ ਕਾਰਨ ਬਣਿਆ। ਇਹ ਆਪਣੇ ਭਰਾਵਾਂ ਨੂੰ ਕਤਲ ਕਰਕੇ, ਭਰਾ ਨੂੰ, ਬਾਪ ਨੂੰ ਕੈਦ ਕਰਕੇ ਤਖਤ 'ਤੇ ਬੈਠਾ, ਆਪਣੇ ਭਰਾ ਦਾ ਸਿਰ ਈਦ ਵਾਲੇ ਦਿਨ ਆਪਣੇ ਬਾਪ ਨੂੰ ਤੋਹਫੇ 'ਚ ਭੇਜਿਆ। ਬਸ ਉਦੋਂ ਬਾਅਦ, ਵੈਸੇ ਤਾਂ ਪਹਿਲਾਂ ਵੀ ਚੱਲਦਾ ਰਿਹਾ ਪਰ ਖੂਨੀ ਜੰਗ ਚੱਲਦਾ ਰਿਹਾ, ਉਹੀ ਰਾਹ ਦੇ ਮੁੰਡਿਆਂ ਨੇ ਅਪਣਾਇਆ। ਭਰਾਵਾਂ ਨੂੰ ਮਾਰ ਕੇ ਇਹਦਾ ਮੁੰਡਾ ਤਖਤ 'ਤੇ ਬੈਠਾ, ਬਹਾਦਰ ਸ਼ਾਹ ਦੀ ਮੌਤ ਹੋਈ, ਇਹਦੇ ਮੁੰਡਿਆਂ 'ਚ ਜੰਗ ਚੱਲੀ, ਉਹਨਾਂ ਨੂੰ ਮਾਰ ਕੇ ਜਹਾਂਦਾਰ ਖਾਂ ਤਖਤ 'ਤੇ ਬੈਠਾ। ਇਹ ਖੂਨ ਦੀ ਹੋਲੀ ਲਗਾਤਾਰ ਚੱਲਦੀ ਰਹੀ ਹੈ। ਤਾਂ ਹੀ ਮੈਂ ਕਿਹਾ ਵੀ ਦੋ ਨਦੀਆਂ ਖੂਨ ਦੀਆਂ ਵਹਿੰਦੀਆਂ ਸੀ ਬਰਾਬਰ ਬਰਾਬਰ, ਇੱਕ ਆਪਦਿਆਂ ਦੀ, ਇੱਕ ਬਗਾਨਿਆਂ ਦੀ। ਪਹਿਲਾਂ ਆਪਦਿਆਂ ਨੂੰ ਖਤਮ ਕਰਦੇ, ਉਹਨਾਂ ਨੂੰ ਖਤਮ ਕਰਕੇ ਤਖਤ 'ਤੇ ਬਹਿ ਕੇ ਫਿਰ ਬਗਾਨਿਆਂ ਕਣੀ ਨਿਗਾਹ ਕਰਦੇ, ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕਰਦੇ। ਦੋਏ ਨਦੀਆਂ ਚੱਲਦੀਆਂ ਰਹੀਆਂ ਨੇ। ਸੋ ਆਪਾਂ ਸਾਂਝ ਕਰ ਰਹੇ ਸੀ ਕਿ ਜਦੋਂ ਬਹਾਦਰ ਸ਼ਾਹ ਨੇ ਵਾਹ ਲਾ ਲਈ, ਘੇਰਾ ਬੇਸ਼ੱਕ ਪਿਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨਿਕਲ ਗਏ ਅਤੇ ਇੱਧਰੋਂ ਬਹਾਦਰ ਸ਼ਾਹ ਦੀ ਮੌਤ ਹੋ ਗਈ। ਜਹਾਂਦਾਰ ਖਾਂ ਤਖਤ 'ਤੇ ਬੈਠਾ, ਉਹ 10 ਕੁ ਮਹੀਨੇ ਤਖਤ 'ਤੇ ਰਿਹਾ, ਬਹੁਤਾ ਟਾਈਮ ਨਹੀਂ ਰਿਹਾ। ਪਰ ਉਨੇ ਕੁ ਟਾਈਮ 'ਚ ਸਿੱਖਾਂ ਨੇ ਆਪਣੀ ਤਾਕਤ ਫੇਰ ਬਣਾ ਕੇ ਬਟਾਲਾ, ਕਲਾਨੌਰ, ਇਹਨਾਂ ਥਾਵਾਂ ਦੇ ਉੱਤੇ ਆਪਣੀ ਤਾਕਤ ਬਣਾ ਕੇ ਦੁਬਾਰਾ ਤਖਤਾਂ ਦੇ ਉੱਤੇ ਕਾਬਜ਼ ਹੋ ਗਏ। ਪੂਰੀ ਤਰ੍ਹਾਂ ਨਾਲ ਸਿੱਖ ਸ਼ਕਤੀ ਫੇਰ ਹੋਂਦ 'ਚ ਆ ਗਈ। ਸੋ ਫਰਕਸ਼ੀਅਰ ਤਖਤ 'ਤੇ ਬਹਿ ਗਿਆ। ਇਹ ਸੈਯਦ ਭਰਾਵਾਂ ਦੀ ਮਦਦ ਦੇ ਨਾਲ ਤਖਤ 'ਤੇ ਬੈਠਾ ਸੀ। ਆਪਾਂ ਗੱਲ ਕਰ ਚੁੱਕੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜਕਾਲ ਦੀ, ਕਿ ਕਿਸ ਢੰਗ ਦੇ ਨਾਲ ਉਹਨਾਂ ਨੇ ਇਨਸਾਫ ਦਿੱਤਾ, ਜ਼ਿਮੀਂਦਾਰਾ ਸਿਸਟਮ ਖਤਮ ਕਰਤਾ, ਸਾਰਿਆਂ ਨੂੰ ਇਕੁਅਲੀ ਬਰਾਬਰਤਾ ਜਿਹਨੂੰ ਆਪਾਂ ਕਹਿੰਦੇ ਹਾਂ ਉਹੋ ਜਿਹਾ ਰਾਜ ਪ੍ਰਬੰਧ ਦਿੱਤਾ। ਜ਼ਿਮੀਂਦਾਰਾ ਸਿਸਟਮ ਖਤਮ ਕਰਕੇ ਲੋਕਾਂ ਨੂੰ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਨੌਕਰੇ ਕਹਿ ਸਕਦੇ ਹਾਂ, ਵੀ ਉਹ ਜਿਹੜੇ ਉਹਨਾਂ ਨੇ ਰੱਖੇ ਹੋਏ ਸੀ ਜ਼ਗੀਰਦਾਰਾਂ ਨੇ, ਜ਼ਿਮੀਂਦਾਰਾਂ ਦੇ ਜਿਹੜੇ ਗੁਲਾਮ ਸੀ, ਉਹਨਾਂ ਨੂੰ ਕੱਢ ਕੇ ਜ਼ਮੀਨ ਦੇ ਮਾਲਕ ਬਣਾ ਦਿੱਤਾ। ਇਹ ਪਹਿਲੀ ਵਾਰ ਸੀ ਦੁਨੀਆ ਦੇ ਵਿੱਚ ਵੀ ਐਂ ਵੀ ਹੋ ਸਕਦਾ। ਕਿੱਡੀ ਵੱਡੀ ਪਲੈਨਿੰਗ ਹੋਊਗੀ ਗੁਰੂ ਪਾਤਸ਼ਾਹ ਦੀ ਕਿ ਲੋਕਾਂ ਨੂੰ ਆਪਾਂ ਕਿਵੇਂ ਉੱਚੇ ਚੁੱਕਣਾ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੋਂ ਨਾ ਡਰੇ। ਸੱਚਮੁੱਚ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ, ਕਹੇ ਬੋਲਾਂ ਨੂੰ ਪਾਲਦਾ ਕੋਈ ਕੋਈ, ਲਾ ਕੇ ਠੋਕਰਾਂ ਡਿੱਗਦੇ ਬਹੁਤ ਦੇਖੇ, ਡਿੱਗੇ ਹੋਏ ਸੰਭਾਲਦਾ ਕੋਈ ਕੋਈ। ਦੇਣੀ ਕਿਸੇ ਨੂੰ ਸਿੱਖਿਆ ਬੜੀ ਸੌਖੀ, ਜੀਵਨ ਆਪਣਾ ਢਾਲਦਾ ਕੋਈ ਕੋਈ। ਹੱਸ ਹੱਸ ਕੇ ਫੁੱਲਾਂ ਜੀ ਦੇਹ ਸੋਹਣੀ, ਦੇਗਾਂ ਵਿੱਚ ਉਬਾਲਦਾ ਕੋਈ ਕੋਈ। ਲਾੜੀ ਮੌਤ ਲਈ ਪੁੱਤਾਂ ਦੇ ਬੰਨ ਸਿਹਰੇ, ਹੱਥੀਂ ਆਪ ਬਹਾਲਦਾ ਕੋਈ ਕੋਈ।
ਕੇਵਲ ਕਿਸੇ ਨੂੰ ਆਖਣਾ ਬੜਾ ਸੌਖਾ, ਜ਼ਫਰ ਜੰਗਲੀ ਜਾਲ ਦਾ ਕੋਈ ਕੋਈ, ਛੱਡ ਪੁਰੀ ਆਨੰਦ ਦੀ ਵਤਨ ਬਦਲੇ, ਜ਼ਫਰ ਜੰਗਲੀ ਜਾਲ ਦਾ ਕੋਈ ਕੋਈ। ਇਹ ਸੱਚਮੁੱਚ ਕੋਈ ਕਿਸੇ ਕਿਸੇ ਦੇ ਹਿੱਸੇ ਆਉਂਦੀਆਂ ਨੇ ਗੱਲਾਂ। ਸੋ ਕਲਗੀਧਰ ਪਾਤਸ਼ਾਹ ਨੇ ਇਹ ਨੀਹਾਂ ਨੂੰ ਮਜ਼ਬੂਤ ਕਰਨ ਦੇ ਲਈ, ਮੈਂ ਇਹ ਤਾਂ ਬਾਰ-ਬਾਰ ਗੱਲ ਕਰ ਰਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕੁਛ ਕੀਤਾ ਹੈ, ਉਹ ਗੁਰੂ ਸਾਹਿਬਾਨਾਂ ਨੇ ਜੋ ਪਲਾਟ ਤਿਆਰ ਕੀਤਾ ਸੀ ਉਹਦੇ ਰੰਗਮੰਚ ਦੇ ਉੱਤੇ ਇਹ ਖੇਡਿਆ ਆ ਕੇ। ਉਹ ਨਾਟਕ ਖੇਡਿਆ ਜੋ ਤਿਆਰੀ ਕਰਕੇ ਗਏ ਨੇ, ਲਿਖ ਕੇ ਗਏ ਨੇ, ਸਕ੍ਰਿਪਟ ਤਿਆਰ ਕਰਕੇ ਗਏ ਨੇ ਗੁਰੂ ਸਾਹਿਬਾਨ। ਕਿਉਂਕਿ ਨੀਹਾਂ ਐਵੇਂ ਪੱਕੀਆਂ ਨਹੀਂ ਹੁੰਦੀਆਂ ਜੇ ਚਿਣੇ ਵਿੱਚ ਤੇਰੇ ਦੁਲਾਰੇ ਨਾ ਹੁੰਦੇ, ਸ਼ਿਵਾਲੇ ਤੇ ਮੰਦਰਾਂ 'ਚ ਵੱਜਦੇ ਨਾ ਛੈਣੇ, ਜੇ ਰਣਜੀਤ ਜੇ ਵੱਜੇ ਨਗਾਰੇ ਨਾ ਹੁੰਦੇ। ਨਾ ਹਿੰਦੂ ਹੀ ਹੁੰਦਾ, ਨਾ ਹਿੰਦੀ ਹੀ ਹੁੰਦੀ, ਤੇ ਹਿੰਦੁਸਤਾਨੀ ਵੀ ਸਾਰੇ ਨਾ ਹੁੰਦੇ। ਨਰ ਨਰ ਨਬੀਓਂ ਕੇ ਹੁੰਦੇ ਪੁਜਾਰੀ, ਨਾਰਾਇਣ ਦੇਵੀ ਦਿਦਾਰੇ ਨਾ ਹੁੰਦੇ। ਸੂਬਾ ਸਰਹੰਦ ਐਵੇਂ ਤੌਬਾ ਨਾ ਕਰਦਾ, ਸੁਣੇ ਜੇ ਬੰਦਾ ਬਹਾਦਰ ਦੇ ਲਲਕਾਰੇ ਨਾ ਹੁੰਦੇ। ਨੀਹਾਂ ਐਵੇਂ ਪੱਕੀਆਂ ਨਹੀਂ ਹੁੰਦੀਆਂ ਜੇ ਚਿਣੇ ਵਿੱਚ ਤੇਰੇ ਦੁਲਾਰੇ ਨਾ ਹੁੰਦੇ। ਰੱਖਦੇ ਪਏ ਰੋਜੇ ਤੇ ਪੜ੍ਹਦੇ ਨਮਾਜ਼ਾਂ, ਆਹ ਖੀਰਾਂ ਦੇ ਖੁੱਲ੍ਹੇ ਭੰਡਾਰੇ ਨਾ ਹੁੰਦੇ। ਸੋ ਇਹ ਐਵੇਂ ਨਹੀਂ ਹੋਇਆ ਸਾਰਾ ਕੁਛ। ਇਹਦੇ ਪਿੱਛੇ ਘਾਲਣਾ, ਕੁਰਬਾਨੀਆਂ, ਤਿਆਰੀ, ਪਲੈਨਿੰਗ। ਜਿਹੜੀ ਪਲੈਨਿੰਗ ਤੋਂ ਅੱਜ ਕੱਲ੍ਹ ਅਸੀਂ ਬਿਲਕੁਲ ਖਤਮ ਹੋ ਚੁੱਕੇ ਹਾਂ। ਸਿੱਖਾਂ ਦੀ ਅੱਜ ਕੋਈ ਪਲੈਨਿੰਗ ਨਹੀਂ। ਰੌਲਾ ਜ਼ਰੂਰ ਹੈ। ਮੈਂ ਜਿਹੜੀ ਯੂਪੀ ਦੀ ਵਾਰ-ਵਾਰ ਜ਼ਿਕਰ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਦਿਮਾਗ ਕੀ ਸੀ, ਉਹ ਪੰਜਾਬ ਤੋਂ ਬਾਹਰ ਨਿਕਲ ਕੇ ਮੱਲਾ ਮਾਰ ਰਹੇ ਨੇ, ਤੇ ਅੱਜ ਜਾਂ ਮਿਸਲਾਂ ਵੇਲੇ ਇਹ ਕਾਰਜ ਨੂੰ ਪੂਰੀ ਤਰ੍ਹਾਂ ਨੇਪਰੇ ਨਹੀਂ ਚਾੜਿਆ ਜਾ ਸਕਿਆ। ਸਿੱਖ ਮਿਸਲਾਂ ਪੰਜਾਬ 'ਚ ਲੜਦੀਆਂ ਰਹੀਆਂ, 11-12 ਦੀਆਂ ਸਾਰੀਆਂ ਮਿਸਲਾਂ ਆਪਸ 'ਚ ਲੜਦੀਆਂ ਰਹੀਆਂ। ਪੰਜਾਬ 'ਚ ਆਹ ਇਲਾਕਾ ਉਹਨੇ ਦੱਬ ਲਿਆ, ਆਹ ਉਹਨੇ ਦੱਬ ਲਿਆ, ਬਾਕੀ ਸਾਰਾ ਹਿੰਦੁਸਤਾਨ ਵਿਹਲਾ ਪਿਆ ਸੀ। ਉੱਧਰ ਧਿਆਨ ਨਹੀਂ ਗਿਆ। ਜੇ ਦਿੱਲੀ ਤੇ ਗਏ ਵੀ ਨੇ ਕਬਜ਼ਾ ਕਰਨ ਦੇ ਲਈ, ਉਹ ਉਹੀ ਜਾਣਦੇ ਨੇ ਵੀ ਕਿਉਂ ਵਾਪਸ ਆ ਗਏ। ਦਿੱਲੀ ਦੇ ਤਖ਼ਤ 'ਤੇ ਜੇ ਬੈਠ ਜਾਂਦੇ ਤਾਂ ਪੂਰਾ ਹਿੰਦੁਸਤਾਨ ਉਹਨਾਂ ਦਾ ਸੀ। ਜਿੱਤ ਕੇ, ਫਤਿਹ ਕਰਕੇ, 6 ਮਹੀਨੇ ਰਾਜ ਕਰਕੇ ਵਾਪਸ ਆ ਗਏ। ਸੋ ਇਹ ਅਣਸੁਲਝੇ ਸਵਾਲ ਨੇ, ਕੀ ਹੋਇਆ, ਕਿਉਂਕਿ ਉਸ ਸਮੇਂ ਦੇ ਮੁਤਾਬਕ ਇਹ ਆਪਾਂ ਅੱਗੇ ਜਾ ਕੇ ਸਾਂਝ ਕਰਾਂਗੇ। ਹੁਣ ਆਪਾਂ ਜੋ ਗੱਲ ਕਰ ਰਹੇ ਸੀ ਉੱਧਰ ਮੁੜੀਏ, ਕਿਉਂਕਿ ਵਿੱਚੋਂ ਜਦੋਂ ਗੱਲ ਨਿਕਲ ਆਉਂਦੀ ਹੈ ਤਾਂ ਅੱਗੇ ਤੁਰ ਪਾਉਂਦੀ ਹੈ। ਸੋ ਆਪਾਂ ਸਾਂਝ ਕਰ ਰਹੇ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਕਮਾਲ ਦਾ ਸ਼ਾਸਨ ਦਿੱਤਾ, ਜਿਹਦੇ ਬਾਰੇ ਕਦੇ ਕਲਪਨਾ ਨਹੀਂ ਕੀਤੀ ਸੀ ਵੀ ਐਡਾ ਜ਼ੁਲਮ ਕਰਨ ਵਾਲੇ ਹੁੰਦੇ ਨੇ ਬਾਦਸ਼ਾਹ। ਤਾਂ ਔਰੰਗਜ਼ੇਬ ਵਰਗੇ ਦੇਖੇ ਹੋਏ ਨੇ ਉਹਨਾਂ ਨੇ, ਜਹਾਂਗੀਰ ਵਰਗੇ ਦੇਖੇ ਨੇ। ਨਿੱਤ ਦਾ ਕਲੇਸ਼, ਹਰ ਹਾਕਮ ਆਪਣੇ ਆਪ ਨੂੰ ਉਸ ਵੇਲੇ ਜਿਹੜਾ ਮੁਗਲ ਸੀ ਉਹ ਆਪਣੇ ਆਪ ਨੂੰ ਹਾਕਮ ਸਮਝਦਾ ਸੀ। ਬਹੂ ਬੇਟੀਆਂ ਨੂੰ ਪਰਵਾਹ ਹੀ ਨਹੀਂ ਸੀ, ਜਿਹੜੇ ਮਰਜ਼ੀ ਪਿੰਡ 'ਚ ਆ ਵੜਦੇ, ਕੱਲਾ ਜਣਾ ਆ ਵੜਦਾ, ਸਾਰਾ ਪਿੰਡ ਬੱਕਰੀਆਂ ਤੇ ਭੇਡਾਂ ਵਾਂਗੂ ਦਬੱਕੇ ਬਹਿ ਜਾਂਦਾ, ਜਿਵੇਂ ਸ਼ੇਰ ਆਇਆ ਹੁੰਦਾ, ਜਿਹਨੂੰ ਮਰਜ਼ੀ ਪਿੰਡ 'ਚੋਂ ਚੱਕ ਕੇ ਲੈ ਜਾਂਦੇ। ਅੱਖ ਭਰ ਕੇ ਝਾਕਣ ਦੀ ਜ਼ਰੂਰਤ ਨਹੀਂ ਸੀ ਕਿਸੇ ਦੀ। ਘਰ ਘਾਟ ਲੁੱਟ ਲੈਣੇ। ਚੰਗਾ ਘੋੜਾ ਤਾਂ ਕਿਸੇ ਕੋਲੇ ਰਹਿਣਾ ਹੀ ਨਹੀਂ, ਧੀ ਪੁੱਤ ਵੀ ਚੰਗਾ ਨਹੀਂ ਰਹਿਣ ਦਿੰਦੇ ਤੇ। ਸੋ ਇਸ ਲੈਵਲ ਦੀ ਗੁੰਡਾਗਰਦੀ ਦੀ ਇੰਨੇ ਕਿ ਦਬੇਲ ਬਣਾਏ ਹੋਏ ਸੀ ਲੋਕ। 700 ਸਾਲਾਂ ਤੋਂ ਰਗੜ ਕੇ ਰੱਖਿਆ ਹੋਇਆ ਸੀ। ਤੇ ਉਦੋਂ ਪਹਿਲਾਂ ਸ਼ੂਦਰਾਂ ਦੀ ਜੋ ਹਾਲਤ ਕੀਤੀ ਹੋਈ ਸੀ ਇੱਥੋਂ ਦੇ ਮਨੂਵਾਦੀ ਸਿਸਟਮ ਨੇ, ਉਹ ਇਸ ਤੋਂ ਵੀ ਮਾੜੀ ਤੇ ਭਿਆਨਕ ਤੇ ਹਜ਼ਾਰਾਂ ਸਾਲਾਂ ਤੋਂ ਰਗੜੇ ਹੋਏ ਤੇ। ਸੋ ਇਸ ਢੰਗ ਦੇ ਨਾਲ ਦੋਏ ਧਿਰਾਂ ਨੂੰ ਉੱਚਾ ਚੱਕਣਾ ਸੀ, ਰਾਜਨੀਤਿਕ ਵੀ, ਸਮਾਜਿਕ ਵੀ, ਆਰਥਿਕ ਵੀ, ਸਾਰੇ ਪਾਸਿਓਂ। ਮੇਨ ਵੱਡਾ ਰਾਜਨੀਤਿਕ ਔਰ ਸਮਾਜਿਕ। ਸੋ ਦੋਨਾਂ ਲਈ ਗੁਰਦੇਵ ਪਾਤਸ਼ਾਹ ਜੀ ਨੇ ਕਾਰਜ ਕੀਤੇ, ਤੇ ਬੰਦਾ ਬਹਾਦਰ ਨੂੰ ਅਮਲੀ ਰੂਪ 'ਚ ਆ ਕੇ ਕਹਿਤਾ ਵੀ ਤੁਸੀਂ ਰਜਵਾੜਿਆਂ ਦੇ ਗੁਲਾਮ ਨਹੀਂ ਰਹਿਣਾ, ਤੁਸੀਂ ਜਿਹੜੇ ਇਹਨਾਂ ਦੇ ਨੌਕਰ ਹੋ, ਹੁਣ ਇਹਨਾਂ ਨੂੰ ਖਤਮ ਕਰੋ ਤੇ ਜ਼ਮੀਨ ਦੇ ਮਾਲਕ ਤੁਸੀਂ ਹੋ। ਦੇਖਦਾ ਤੁਹਾਨੂੰ ਕੌਣ ਰੋਕਦਾ, ਮੈਂ ਬੈਠਾ। ਥਾਂ ਥਾਂ ਬਗਾਵਤਾਂ ਸ਼ੁਰੂ ਹੋ ਗਈਆਂ। ਅਮੀਰਾਂ ਵਜ਼ੀਰਾਂ ਨੂੰ ਖਤਮ ਕਰਕੇ ਹਲ ਵਾਹਕ ਜ਼ਮੀਨ ਦੇ ਮਾਲਕ ਬਣੇ। ਇੱਥੋਂ ਜ਼ਿਆਦਾ ਸਿੱਖੀ ਦਾ ਜਿਹੜਾ ਪਸਾਰ ਆਮ ਲੋਕਾਂ ਵਿੱਚ ਲਗਾਤਾਰ ਵੱਧਦਾ ਗਿਆ ਵੀ ਹੈ ਅਸੀਂ ਮਾਲਕ। ਜਿੱਥੇ ਕੋਈ ਜਰਬਾਨਾ ਜ਼ੁਲਮ ਕਰਨ, ਭਰੇ ਤਾਂ ਪਏ ਤੇ ਲੋਕ। ਗੁਰੂ ਪਾਤਸ਼ਾਹ ਦੀ ਸਿੱਖਿਆ ਪਹੁੰਚ ਚੁੱਕੀ ਸੀ। ਸਰਹੰਦ ਦੇ ਸਾਕੇ ਨੇ ਝੰਜੋੜ ਕੇ ਰੱਖ ਦਿੱਤੇ ਤੇ ਅੰਦਰ ਲੋਕ ਥਾਂ ਥਾਂ ਹੀ ਉੱਠ ਖੜੇ। ਸੋ ਖੈਰ ਇਹ ਆਪਾਂ ਕਰ ਚੁੱਕੇ ਹਾਂ। ਤੇ ਜਦੋਂ ਆਪਣਾ ਫਰਕਸ਼ੀਅਰ ਗੱਦੀ ਤੇ ਬਹਿ ਗਿਆ ਸੈਯਦ ਭਰਾਵਾਂ ਦੀ ਮਦਦ ਦੇ ਨਾਲ, ਉਹਨੇ ਸਭ ਤੋਂ ਪਹਿਲਾਂ ਧਿਆਨ ਇਹ ਫਿਰ ਪੰਜਾਬ 'ਚ ਦਿੱਤਾ, ਕਿਉਂਕਿ ਪਤਾ ਸੀ ਵੀ ਉੱਥੇ ਹੋ ਕੀ ਰਿਹਾ। ਦਿੱਲੀ ਦੇ ਨੇੜੇ ਤੱਕ ਸਿੰਘ ਜਾ ਪਹੁੰਚੇ ਤੇ। ਸੋ ਉਸ ਨੇ ਨਵੀਆਂ ਨਿਯੁਕਤੀਆਂ ਕੀਤੀਆਂ। ਹੁਕਮ ਕੀਤਾ ਕਿ ਇਸ ਵੱਧਦੀ ਹੋਈ ਤਾਕਤ ਨੂੰ ਖਤਮ ਕਰੋ। ਸਰਹੰਦ ਔਰ ਲਾਹੌਰ ਪਹਿਲਾਂ ਖੋਇਆ ਜਾ ਚੁੱਕਿਆ ਸੀ ਸਿੱਖਾਂ ਕੋਲੋਂ, ਪਰ ਕਲਾਨੌਰ, ਬਟਾਲਾ, ਲੋਹਗੜ੍ਹ ਇਹਨਾਂ ਵਾਲੇ ਪਾਸੇ ਸਿੱਖਾਂ ਦਾ ਪੂਰੀ ਤਰ੍ਹਾਂ ਕਬਜ਼ਾ ਸੀ। ਮੱਲਾ ਮਾਰ ਰਹੇ ਤੇ ਲਗਾਤਾਰ ਜਿੱਤ ਰਹੇ ਸੀ। ਸੋ ਪੂਰੀਆਂ ਫੌਜਾਂ ਹੁਣ ਤਿਆਰੀ ਵਿੱਚ ਜੁਟ ਗਈਆਂ।
ਅਬਦੁਲ ਸਮਦ ਖਾਨ ਨੂੰ ਸਪੈਸ਼ਲ ਹੁਕਮ ਦੇ ਦਿੱਤੇ ਗਏ। ਅੰਦਰੂਨੀ ਗੜਬੜ ਨੂੰ ਦੂਰ ਕਰਕੇ ਇਹਨੇ ਆਪਦੇ ਪਾਸੇ ਜਦੋਂ ਧਿਆਨ ਦਿੱਤਾ ਤਾਂ ਉਸ ਅਬਦੁਲ ਸਮਦ ਖਾਨ ਨੂੰ ਦਲੇਰੇ ਜੰਗ ਦਾ ਖਿਤਾਬ ਦੇ ਕੇ, ਅਹੁਦਾ ਦੇ ਕੇ, ਉਪਮਾ ਦੇ ਕੇ, ਖਿੱਲਤ ਦੇ ਕੇ ਭੇਜਿਆ ਕਿ ਇਸ ਗੜਬੜ ਨੂੰ ਖਤਮ ਕੀਤਾ ਜਾਵੇ। ਅਤੇ ਨਾਲ ਸਾਰੇ ਦੇ ਸਾਰੇ ਇਲਾਕੇ ਦੇ ਹਾਕਮਾਂ ਨੂੰ ਹੁਕਮ ਕੀਤਾ ਕਿ ਦਲੇਰੇ ਜੰਗ ਦੀ ਮਦਦ ਕੀਤੀ ਜਾਵੇ। ਜਿਹੜਾ ਮਦਦ ਨਹੀਂ ਕਰੂਗਾ ਉਹਨੂੰ ਬਾਗੀਆਂ ਦਾ ਮਦਦਗਾਰ ਸਮਝ ਕੇ ਖਤਮ ਕੀਤਾ ਜਾਊਗਾ, ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਬਸ ਇਹ ਹੁਕਮ ਪਹੁੰਚਣ ਦੀ ਦੇਰ ਸੀ ਕਿ ਕਮਰੂਦੀਨ ਖਾਂ, ਅਫਰਾਜ਼ ਸ਼ਾਹ ਖਾਂ, ਮੁਜ਼ੱਫਰ ਖਾਂ, ਰਾਜਾ ਉਦੇ ਸਿੰਘ ਬੰਦੇਲੀਆ, ਰਾਜਾ ਗੋਪਾਲ ਸਿੰਘ ਭਦੌੜੀਆ, ਮਿਰਜ਼ਾ ਅਹਿਮਦ ਖਾਂ, ਰਾਜਾ ਉਦੇ ਸਿੰਘ, ਗੁਜਰਾਤ ਦਾ ਇਰਾਦਤਮੰਦ ਖਾਂ ਫੌਜਦਾਰ, ਐਮਨਾਬਾਦ ਨੂਰ ਮੁਹੰਮਦ ਖਾਂ ਫੌਜਦਾਰ, ਔਰੰਗਾਬਾਦ ਤੇ ਪਸਰੂਰ ਸ਼ੇਖ ਮੁਹੰਮਦ ਆਇਮ ਫੌਜਦਾਰ, ਬਟਾਲਾ ਸੈयद ਹਫੀਜ਼ ਅਲੀ ਖਾਨ ਫੌਜਦਾਰ, ਹੈਬਤਪੁਰ ਪੱਟੀ ਸੁਹਰਾਬ ਖਾਂ ਫੌਜਦਾਰ, ਕਲਾਨੌਰ ਭੀਮਚੰਦ ਕਟੋਚੀਆ, ਰਾਜਾ ਭੀਮ ਸਿੰਘ ਕਟੋਚੀਆ, ਰਾਜਾ ਧਰੁਵਦੇਵ ਦਾ ਪੁੱਤਰ ਹਰਦੇਵ, ਜ਼ਕਰੀਆ ਖਾਨ, ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਜ਼ਕਰੀਆ ਖਾਨ। ਇੱਥੋਂ ਸ਼ੁਰੂ ਹੋਇਆ ਸਾਡਾ ਜ਼ਕਰੀਆ ਖਾਨ ਨੇ ਜੋ ਜ਼ੁਲਮ ਕੀਤੇ ਨੇ। ਇਸ ਵੇਲੇ ਇਹਨੂੰ ਪੋਸਟਿੰਗ ਦਿੱਤੀ ਗਈ ਹੈ। ਆਰਫ ਬੇਗ ਖਾਂ, ਦਲੇਰੇ ਜੰਗ, ਬੰਦਾ ਸਿੰਘ ਨੂੰ ਫੜਨ ਵਾਸਤੇ ਹੁਣ ਚੜ ਪਏ ਨੇ। ਹੁਣ ਬਾਬਾ ਬੰਦਾ ਸਿੰਘ ਬਹਾਦਰ ਕੋਲ ਵੀ ਖਬਰਾਂ ਤਾਂ ਪਹੁੰਚ ਰਹੀਆਂ ਸੀ, ਪਰ ਉਹ ਮਿਰਜ਼ਾ ਜਾਨ ਕੋਲ ਕੱਚਾ ਕਿਲਾ ਬਣਾ ਰਿਹਾ ਸੀ ਜਦੋਂ ਇਹ ਖਬਰਾਂ ਪਹੁੰਚੀਆਂ ਉਹਨੂੰ। ਪਰ ਲੜਾਈ ਕਿਲਾ ਬਣਨ ਤੋਂ ਪਹਿਲੇ ਸ਼ੁਰੂ ਹੋ ਗਈ। ਹੁਣ ਇੱਥੇ ਇਤਿਹਾਸਕਾਰ ਵੀ ਨਾਲ ਨੇ, ਖਾਫੀ ਖਾਨ ਤੇ ਕਾਂਬਰ ਖਾਨ, ਇਸ ਲੜਾਈ ਦੇ ਵਿੱਚ ਜਿਨ੍ਹਾਂ ਨੇ ਅੱਖੀਂ ਡਿੱਠੇ ਹਾਲ ਲਿਖੇ ਨੇ। ਜਿਵੇਂ ਕਾਜੀ ਨੂਰ ਮੁਹੰਮਦ, ਆਪਾਂ ਅੱਗੇ ਜ਼ਿਕਰ ਕਰਾਂਗੇ, ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਇਆ ਸੀ ਨਾ, ਉਹਨੇ ਬਹੁਤ ਹੀ ਵਧੀਆ ਸਾਡੇ ਲਈ, ਭਾਵੇਂ ਸਿੱਖਾਂ ਨੂੰ ਕੁੱਤੇ ਲਿਖਦਾ ਹੈ ਸਗ ਕਾਜੀ ਨੂਰ ਮੁਹੰਮਦ, ਪਰ ਸਾਡੇ ਲਈ ਬਹੁਤ ਵਡਮੁੱਲੀਆਂ ਜਾਣਕਾਰੀਆਂ ਦੇ ਗਿਆ ਉਹ। ਸੋ ਇੱਥੇ ਵੀ ਇਤਿਹਾਸਕਾਰ ਭਾਵੇਂ ਉਹਨਾਂ ਦੇ ਨੇ, ਪਰ ਸਾਡੇ ਲਈ, ਕਿਉਂਕਿ ਸਾਡੇ ਕੋਲ ਹੋਰ ਕੀ ਹੈ, ਸਿੱਖ ਤਾਂ ਉਦੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ। ਉਦੋਂ ਹਲੇ ਇਤਿਹਾਸ ਲਿਖਣ ਦਾ ਜੇ ਅਸੀਂ ਦੋਸ਼ ਦਈਏ ਉਹਨਾਂ ਨੂੰ, ਨਹੀਂ, ਸਾਡੀ ਕੌਮ ਦੇ ਵਜੂਦ ਲਈ ਲੜ ਰਹੇ ਨੇ। ਜ਼ਿੰਦਗੀ ਮੌਤ ਦਾ ਸੰਘਰਸ਼ ਚੱਲ ਰਿਹਾ, ਕਿਉਂਕਿ ਕੌਮ ਦੀ ਜ਼ਿੰਦਗੀ ਖਾਤਰ ਕਈ ਵਾਰੀ ਮਨ ਮਾਰਨਾ ਪੈਂਦਾ ਹੈ, ਆਜ਼ਾਦੀ ਜਿੱਤਣ ਲਈ ਕਈ ਵਾਰੀ ਹਾਰਨਾ ਪੈਂਦਾ ਹੈ। ਇਹ ਨਖਰੋ ਆਸ਼ਕਾਂ ਦੇ ਖੂਨ ਵਿੱਚ ਛਾਲੂ ਰੰਗਾਉਂਦੀ ਹੈ। ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਹੈ। ਸੋ ਤਾਂ ਮੁੱਲ ਤਾਰ ਰਹੇ ਨੇ ਹਲੇ ਆਜ਼ਾਦੀ ਲਈ। ਹਾਲੇ ਉਹਨਾਂ ਤੋਂ ਇਹ ਉਮੀਦ ਨਾ ਰੱਖੀ ਕਿ ਉਹ ਨਾਲ ਉੱਥੇ ਅਖਬਾਰ ਚੱਕ ਕੇ ਬਹਿ ਜਾਣ ਵੀ ਅਖਬਾਰ ਕਿਉਂ ਨਹੀਂ ਕੱਢਿਆ। ਇਹ ਤਾਂ ਸਾਡੇ ਵਰਗਿਆਂ ਦੀ ਬੇਵਕੂਫੀ ਹੈ, ਜਾਂ ਸਾਡੇ ਵਰਗਿਆਂ ਦਾ ਘਟੀਆਪਣ ਹੈ ਕਿ ਅਸੀਂ ਅੱਜ ਤੱਕ ਵੀ ਉਹ ਸੱਚਾਈ, ਉਹ ਇਤਿਹਾਸ ਨਹੀਂ ਲੱਭ ਸਕੇ ਜਿਹੜਾ ਕਿ ਲਿਖਿਆ ਤਾਂ ਪਿਆ ਹੈ, ਉਹਦੇ 'ਚੋਂ ਚੁਣਨਾ ਹੀ ਹੈ। ਸੋ ਆਪਾਂ ਅੱਗੇ ਸਾਂਝ ਕਰਦੇ ਹਾਂ। ਸੋ ਜਦੋਂ ਪਹੁੰਚਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਉਮੀਦ ਸੀ ਵੀ ਕਿਲ੍ਹਾ ਤਿਆਰ ਹੋਣ ਤੱਕ ਪਹੁੰਚੂਗਾ, ਪਰ ਉਹ ਅਚਨਚੇਤ ਫੌਜਾਂ ਲੈ ਕੇ ਪਹੁੰਚ ਗਏ। ਪਰ ਇਹ ਖਾਫੀ ਖਾਨ ਵਰਗੇ ਲਿਖਦੇ ਨੇ ਕਿ ਸਿੱਖ ਕਹਿੰਦਾ ਇੰਨੀ ਕੁ ਦਲੇਰੀ ਨਾਲ ਲੜੇ, ਇੰਨੀ ਦਲੇਰੀ ਤੇ ਬਹਾਦਰੀ ਨਾਲ ਲੜੇ ਵੀ ਇੱਕ ਵਾਰੀ ਸ਼ਾਹੀ ਫੌਜ ਬੁਰੀ ਤਰ੍ਹਾਂ ਹਾਰ ਗਈ, ਨਸ ਉੱਠੇ। ਉਹ ਤਾਂ ਦਲੇਰੇ ਜੰਗ, ਜੇ ਮਿਹਣੇ ਤਾਨੇ ਦੇ ਕੇ, ਡਰਾਵੇ ਦੇ ਕੇ ਫੌਜ ਨੂੰ ਲੜਨ ਲਈ ਦੁਬਾਰੇ ਨਾ ਪ੍ਰੇਰਦਾ, ਇੱਕ ਵਾਰੀ ਕਹਿੰਦਾ ਪੈਰ ਉਖੜ ਚੁੱਕੇ ਤੇ ਫੌਜਾਂ ਦੇ। ਕਹਿੰਦਾ ਕੱਲਾ ਕੱਲਾ ਸਿੰਘ ਖਾਈਆਂ ਦੇ ਵਿੱਚੋਂ ਨਿਕਲਦਾ, ਸ਼ੇਰਾਂ ਵਾਂਗੂ ਟੁੱਟ ਕੇ ਪੈ ਜਾਂਦਾ, ਤਲਵਾਰ ਇਉਂ ਚਲਾਉਂਦਾ ਜਿਵੇਂ ਇਹ ਸੋਚ ਕੇ ਲੜਦਾ ਸੀ ਵੀ ਇਹ ਮੇਰੀ ਆਖਰੀ ਲੜਾਈ ਹੈ। ਪਤਾ ਨਹੀਂ ਕਹਿੰਦਾ ਕਿੰਨਿਆਂ ਨੂੰ ਮਾਰ ਕੇ ਉਹ ਮਰਦੂਦ, ਉਹ ਮਾੜੇ ਸਿੱਖ ਆਪ ਵੀ ਮਾਰੇ ਜਾਂਦੇ ਇਹਨਾਂ ਬਹਾਦਰ ਯੋਧਿਆਂ ਦੇ ਹੱਥੋਂ। ਕਿਉਂਕਿ ਆਪਣੇ ਤਾਂ ਬਹਾਦਰ ਲਿਖੂਗੇ ਹੀ, ਅਗਲਾ ਹੈ ਵੀ ਨੇ ਲੜਨ ਲਈ ਤਾਂ ਦੇਖੋ ਦੋਏ ਤਰ੍ਹਾਂ ਬਰਾਬਰ ਦੀਆਂ ਤੁਲੀਆਂ ਖੜੀਆਂ ਨੇ। ਸੋ ਪਰ ਕਿਉਂਕਿ ਨਾਲ ਇਹਨਾਂ ਦਾ ਇੱਕ ਵੱਡਾ ਜਿਹੜਾ ਹਥਿਆਰ ਸੀ ਉਹ ਸੀ ਜਿਹਾਦ ਦਾ ਝੰਡਾ, ਹੈਦਰੀ ਝੰਡਾ ਖੜਾ ਕਰਕੇ ਹਰੇਕ ਜੰਗ ਨੂੰ ਜਿੱਥੇ ਇਹਨਾਂ ਨੂੰ ਪ੍ਰੋਬਲਮ ਲੱਗਦੀ ਉਹ ਜਿਹਾਦ ਦਾ ਝੰਡਾ ਖੜਾ ਕਰ ਦਿੰਦੇ, ਜਿੱਥੋਂ ਲੋਕ ਨੌਜਵਾਨ ਉੱਠ ਕੇ ਸ਼ਾਮਲ ਹੋ ਜਾਂਦੇ। ਜਿਹੜਾ ਵੀ ਮੁੰਡਾ ਘਰੇ ਹੈ ਉਹ ਬਸ ਹਥਿਆਰ ਚੱਕ ਕੇ ਨਾਲ ਰਲ ਜਾਂਦਾ ਸੀ, ਜਿਹਦੇ ਨਾਲ ਗਿਣਤੀ ਹਜ਼ਾਰਾਂ ਕਿ ਲੱਖਾਂ ਤੱਕ ਪਹੁੰਚ ਜਾਂਦੀ ਸੀ। ਅਤੇ ਇੱਧਰ ਵੀ ਗਿਣਤੀ ਵੱਧੇਗੀ ਅਤੇ ਬਾਬਾ ਜੀ ਪਿੱਛੇ ਹਟਦੇ ਇੱਕ ਕਿਸੇ ਜ਼ਿਮੀਂਦਾਰ ਦੀ ਹਵੇਲੀ ਸੀ ਜਿਹੜੀ ਕਿ ਕਾਫੀ ਵੱਡੀ ਉਹਨੇ ਬਣਾਈ ਹੋਈ ਸੀ, ਉਹਦੇ ਵਿੱਚ ਪਨਾਹ ਲਈ, ਜਿਹਨੂੰ ਆਪਾਂ ਗੁਰਦਾਸ ਨੰਗਲ ਦੀ ਗੜੀ ਕਹਿੰਦੇ ਹਾਂ। ਉਹਦੇ ਆਲੇ ਦੁਆਲੇ ਇੱਕ ਖਾਈ ਪੱਟ ਕੇ ਬਾਬਾ ਜੀ ਨੇ ਉਹਦੇ ਵਿੱਚ ਪਾਣੀ ਭਰ ਲਿਆ ਤਾਂ ਕਿ ਥੋੜ੍ਹਾ ਬਹੁਤਾ ਬਚਾਅ ਕੀਤਾ ਜਾ ਸਕੇ, ਦੁਸ਼ਮਣਾਂ ਨੂੰ ਰੋਕਿਆ ਜਾ ਸਕੇ। ਸੋ ਹੁਣ ਅੰਦਰ ਸਿੰਘ ਬੈਠੇ ਨੇ ਅਤੇ ਬਾਹਰ ਦੁਸ਼ਮਣ ਬੈਠਾ ਹੈ ਅਤੇ ਗੜੀ ਨੂੰ ਘੇਰਾ ਪੈ ਚੁੱਕਿਆ। ਇਹ ਬੜਾ ਵੱਡਾ
फैसला को लड़ाई का दौर चल गया। बाहर गिणती लगातार वध रही है तो अंदर किसी पासों कोई उम्मीद मदद की घट है उम्मीद पर घट है। उन्होंने नेड़े नहीं लगन दे रहे। उन्होंने कोशिश बड़ी की नेड़े लगन की, पर अंदर सिंह जिहड़े बैठे तो तीरां गोलियां ते नाल मींह वरसा के दुश्मन नूं नेड़े नहीं टुकण दे रहे थे। सो फौजदारां ने सलाह की कि गढ़ी नूं घेरा पा लिया जाए, जिवें आनंदपुर साहब का घेरा पिया सी ना, उसे ढंग दे नाल इत्थे इतिहास समझ लो फिर दोहराया गया। घेरा पा के बह गए। तकरीबन 2.5 लाख की फौज का जिक्र मिलता है, वध घट हो सकती है, पर 2.5 लाख की फौज है। अंदर गिणती के सिंह ने बहुते नहीं, क्योंकि थां थां खिंडे हुए ने, तो वैसे भी गिणती है किन्नी सी, तो अचनचेत घेरा पे टाकरा मरदा वांगू किया उन्होंने, बहादरी दे नाल कीता, पर बाहर घेरा तंग हो गया। हौली 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 अंदर रसद पानी मुकना शुरू हो गया। परिवार नाल ने जिन्ने क भी ने, खासकर बाबा बंदा सिंह बहादुर, महाराणी सुशील कौर, छोटा जिहा बालक सरदार अजय सिंह। क्योंकि मैं पहला भी जिक्र किया, जिथे वड्डियां घटनावां घट जांदियां ने, छोटी घटनावां पिछे रह जांदियां ने, होर ਸਿੰਘਾਂ ਦਾ परिवार भी होऊगा। टहलन जो कि बच्चे नाल हुंदी सी हर वेले, वो भी नाल है। ये 2 बीबियां का तो जिक्र मिलता, पर बीबियां होर भी बहुत होणगियां। मैं पहला जिक्र कर चुकिया सी कि इतिहास के विच जो वड्डियां घटनावां घट जांदियां ने, छोटी घटना पिछे रह जांदी है, वो आम तौर पर साडी निगाह तो ही नहीं रहिंदी, जां लिखण वाला भी कई बारी उस चीज़ नूं अणगौलिया कर जाता है। ये साढ़े सारे इतिहास तुसीं पढ़ोगे तो तुहानूं मिलता रहूगा। हुण आ बीबा सुशील कंवर जी का भी जिक्र तुहानूं नहीं मिलता कि वो शहीद होए ने, टावां टावां ही किते मिलता है, हाले तक सामने नहीं है। क्योंकि बंदा सिंह बहादुर की शहीदी एड्डी वड्डी होगी, सरदार अजय सिंह बच्चा ਉਹਦੀ शहादत बहुत वड्डी होगी, तो आ पिछे रह गए, ਜਦੋਂ कि ये भी ओडियां शहीदियां ने। पर क्योंकि ਇੰਨੀਆਂ ज़्यादा सिख कौम 'ਚ शहीदियां हो गई, ਵੱਡੇ ਵੱਡੇ कारनामे हो गए, बहुते पिछे रह गए, ਜਦੋਂ कि हर कारनामा सामने आना चाहिए सी। खैर महाराज भली करन, आउणगे, समा लगदा है और बहुत लग गया। उम्मीद है कदे आपसी लड़ाइयां तो दूर हो के इस पासे ध्यान देवांगे। सो जदों गढ़ी नूं घेरा पै गया तो गढ़ी का एक घेरा टाइट हुंदा गया, अंदर दाना पानी रसद खत्म हुंदा गया। ये महीना 2 महीने नहीं, ये घेरा 8 महीने रहा सी। 8 महीने थोड़ा जिहा नहीं हुंदा। ते अंदर अचनचेत दाखिल होए सी तो बहुता रसद पानी भी इकट्ठा नहीं सिंह कर सके, हथियारों का बहुता जखीरा नहीं। बारिशां होनियां शुरू हो गई, बाहर भी फौज का बुरा हाल है। उन्होंने भी पिंडां दे पिंड जाड़ते, क्योंकि एड्डी वड्डी फौज है जिहड़ी, वो किहड़ा कोई ऐं भी एक थां ते बह जाऊ। उन्हें भी 2.5 लाख बंदे ने, खाना पीना भी है, होर इशनान पानी भी करना, होर भी अपने जरूरी कारज करने ने। तो आले दाले दे पिंडां 'च भी हाहाकार मच गई। बारिशां का समा भी शुरू हो गया, बाहर उन्होंने कोले तोप भी। और कमाल की गल जिहड़ी इत्थे वापरी, जो मींह पै गया, बहुत तोपां का गोला चल रहा लगातार, तो बाबा बंदा सिंह बहादुर नूं ਸਿੰਘਾਂ ने कहा कि बाबा जी बाकी तो ठीक आ, तोप बहुत नुकसान कर रही है। तो कमाल की गल है, किहो जे इंजीनियर होणगे बाबा बंदा सिंह बहादुर दे नाल। हद हुंदी है इस गल की कि बाबा बंदा सिंह बहादुर ने अंदरों सुरंग पट्टी, मतलब ਸਿੰਘਾਂ ने सारिਆਂ ने प्लैनिंग बाबा जी की ਜਾਂ ਉਹਦੇ ਨਾਲ ਦੇ ਜਿਹੜੇ ਯੋਧੇ ਹੋਣਗੇ, अंदरों सुरंग पट ली ते सुरंग सीधी जाके उस तोप के थल्ले कड्ढी। वो तोप के थल्ले किवें डायरैक्शन, किहड़े उन्हां कोले नक्शे होणगे, किहो जिहा दिमाग सी, हैरानी आउंदी है। तोप के थल्ले जाके सुरंग का गोला पड्डिया ते अचनचेत तोप उस सुरंग च अड़ गई। उन्होंने चक के लै आउणा सी ਸਿੰਘਾਂ ने, जानी कि रोड़ लियाउणा सी, क्योंकि सुरंग पट चुकी सी। पर रब नूं कुछ होर मंजूर सी, मींह पै चुक्या रातों रात, जिहदे करके पानी भर गया सुरंग दे विच। वो जिहड़े सिंह गए होणगे वो भी कम आ गए कौम दे, ते तोप भी रह गई। जदों मींह हटिया सवेरे, क्योंकि रात नूं ये कारज कीता सी, एकदम हत्थां पैरां दी पै गई मुगलों नूं भी तोप कित्थे गई इत्थे विचालों खड़ी खड़ी। हैरानी की हद ना रही भी तोप गायब किवें हो गई, क्योंकि उत्ते पानी फिर गया ना, थल्ले तोप थल्ले चली गई। तो जदों उन्होंने देखिया पानी लहे तो भी इत्थे गई है, हक्के बक्के रह गए भी कमाल दी करता सी। उन्होंने रातों रात लै गए सी तो पट के, इहो ਜਿਹੇ कारज कीते ने। तां ही उन्होंने करामाती मनते थे कि बंदा सिंह बहादुर तां करामाती है। उन्हें तो जी वीर बंदे ने काबू च कीते हुए ने, ਜਿਹੜੇ आम कहानी च कहा जाता 5 वीर, पता नहीं 7 वीर किन्ने ने। वो एक अपने
ਸਮਾਜ ਦੇ ਵਿੱਚ ਇਹ ਪ੍ਰਚਲਿਤ ਹੋਈ ਹੋਈ ਹੈ ਕਿ ਵੀਰ ਬੂਰ ਹੁੰਦੇ ਨੇ ਕੋਈ। ਉਹ ਪ੍ਰਚਲਿਤ ਸੀ ਕਿ ਬੰਦਾ ਸਿੰਘ ਬਹਾਦਰ ਨੇ ਤਾਂ ਵੀਰ ਕਾਬੂ 'ਚ ਕੀਤੇ ਹੋਏ ਨੇ, ਤਾਂ ਕਰਾਮਾਤ ਆਈ ਹੈ, ਤਾਂ ਜਾਦੂਗਰ ਹੈ। ਬਾਕੀ ਇਹ ਜਾਦੂ ਦੀਆਂ ਗੱਲਾਂ ਨੇ, ਆਮ ਬੰਦੇ ਤਾਂ ਸੋਚ ਨਹੀਂ ਸਕਦੇ ਨਾ ਗੱਲਾਂ ਨੂੰ। ਪਰ ਫਿਰ ਵੀ ਉਹਨਾਂ ਦੇ ਵਿੱਚ ਦਹਿਸ਼ਤ ਪੂਰੀ ਬੈਠ ਗਈ। ਪਾਣੀ ਦਾਣਾ ਸਭ ਕੁਝ ਅੰਦਰੋਂ ਖਤਮ ਹੋਣਾ ਸ਼ੁਰੂ ਹੋ ਗਿਆ। ਸਿੰਘਾਂ ਅੰਦਰ ਗੜੀ ਦੇ ਆ ਡੇਰੇ ਲਾਏ, ਗੁੱਸਾ ਖਾ ਕੇ ਦੁਸ਼ਮਣਾ ਝੱਟ ਘੇਰੇ ਪਾਏ। ਆਕੀ ਬੈਠੇ ਕਿਲੇ ਵਿੱਚ ਕਲਗੀਧਰ ਜਾਏ। 8 ਮਹੀਨੇ ਬੀਤ ਗਏ, ਕਈ ਮਹੀਨੇ ਬੀਤ ਗਏ, ਬਹੁਤ ਦੁੱਖ ਉਠਾਏ। ਕੱਟਣ ਭਾਣਾ ਮੰਨ ਕੇ ਭੁੱਖੇ ਤਿਰਹਾਏ, ਖਾਂਦੇ ਪੱਤਰ ਸੂਤ ਕੇ ਜਦ ਭੁੱਖ ਸਤਾਏ। ਤੰਗ ਆ ਕੇ ਫਿਰ ਅੰਤ ਨੂੰ ਘੋੜੇ ਝਟਕਾਏ, ਕਈਆਂ ਨੇ ਪੱਟ ਚੀਰ ਕੇ ਭੁੰਨ ਢਿੱਡੀਂ ਪਾਏ। ਸ਼ੇਰਾਂ ਵਰਗੇ ਸੂਰਮੇ ਭੁੱਖ ਆਣ ਨਵਾਏ, ਜਿਉਂਦੇ ਮੁਰਦਾ ਹੋ ਗਏ ਜਿਨ੍ਹਾਂ ਖਾਨ ਨਵਾਏ। ਸੀਤਲੇ ਅੱਗੇ ਭੁੱਖ ਦੇ ਕੋਈ ਪੇਸ਼ ਨਾ ਜਾਏ। ਇਤਿਹਾਸਕਾਰ ਲਿਖਦੇ ਨੇ ਖਾਫੀ ਖਾਨ ਤੇ ਕਾਮਵਰ ਖਾਨ, ਜਿਨ੍ਹਾਂ ਨੇ ਇਸ ਲੜਾਈ ਨੂੰ ਅੱਖੀਂ ਦੇਖਿਆ, ਉਹ ਘੇਰਾ ਵੀ ਦੇਖਿਆ, ਸਿੱਖ ਗ੍ਰਿਫਤਾਰ ਹੁੰਦੇ ਵੀ ਦੇਖੇ। ਉਹ ਲਿਖਦੇ ਨੇ ਕਿ ਸਿੱਖਾਂ ਨੇ ਕਿਹੜਾ ਜਾਨਵਰ ਹੈ ਜਿਹੜਾ ਇੱਥੇ ਨਹੀਂ ਖਾਧਾ, ਕਿਉਂਕਿ ਭੁੱਖ ਨੇ ਬੁਰਾ ਹਾਲ ਕਰਤਾ। ਅੰਦਰ ਕੁਛ ਨਹੀਂ ਰਿਹਾ। ਸਭ ਤੋਂ ਪਹਿਲਾਂ ਦਰਖਤਾਂ ਦੇ ਪੱਤੇ ਸੂਤ ਕੇ ਉਬਾਲ ਕੇ ਉਹ ਖਾਧੇ ਕਿ ਢਿੱਡ ਦੀ ਜੋ ਅੱਗ ਹੈ ਉਹ ਬੁਝਾਈ ਜਾ ਸਕੇ। ਪੱਤੇ ਕਿੰਨਾ ਕੁ ਚਿਰ ਸਾਥ ਦਿੰਦੇ। ਫਿਰ ਦਰਖਤਾਂ ਦੀਆਂ ਛਿੱਲੜਾਂ ਲਾ ਲਈਆਂ, ਦਰਖਤਾਂ ਦੀਆਂ ਛਿੱਲੜਾਂ ਲਾ ਕੇ ਪੀ ਕੇ ਉਹ ਖਾਧੀਆਂ, ਉਹ ਵੀ ਕਿੰਨਾ ਕੁ ਚਿਰ ਸਾਥ ਦਿੰਦੀਆਂ। ਅਖੀਰ ਨੂੰ ਘੋੜੇ ਨੂੰ ਲੱਗਦੀ ਵਸ਼ ਸਿੱਖ ਆਪਣੇ ਮਿੱਤਰ ਵਾਂਗੂ ਮੰਨਦੇ ਨੇ, ਕਿਉਂਕਿ ਸਭ ਤੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਜੰਗ ਦੇ ਵਿੱਚ ਭਰਾਵਾਂ ਵਰਗਾ ਸਾਥ ਦਿੰਦੇ ਨੇ ਘੋੜੇ। ਪਰ ਅਖੀਰ ਨੂੰ ਘੋੜਿਆਂ ਦੀ ਵੀ ਵਾਰੀ ਆ ਗਈ। ਉਸ ਤੋਂ ਬਾਅਦ ਇੱਥੋਂ ਤੱਕ ਲਿਖਿਆ ਹੁੰਦਾ ਕਿ ਆਪਣੇ ਪੱਟਾਂ ਦੇ ਮਾਸ ਚੀਰ ਲਏ, ਆਪਦੇ ਹੀ ਪੱਟ ਦਾ ਮਾਸ ਚੀਰ ਕੇ ਜਾਂ ਆਪ ਭੁੰਨ ਕੇ ਖਾਧਾ ਜਾਂ ਨਾਲਦਿਆਂ ਨੂੰ ਖਵਾਇਆ। ਪੱਟ ਦਾ ਮਾਸ। ਇੱਥੇ ਸੋਹਣ ਸਿੰਘ ਸੁਈਤਲ ਬੜੀ ਕਮਾਲ ਦੀ ਗੱਲ ਲਿਖਦਾ, ਕਹਿੰਦਾ ਪੱਟ ਦਾ ਮਾਸ ਕਿਸੇ ਰੁੱਸੀ ਹੋਈ ਸੋਹਣੀ ਨੂੰ ਮਨਾਉਣ ਵਾਸਤੇ ਨਹੀਂ, ਕਿਸੇ ਰੁੱਸੀ ਹੋਈ ਸੋਹਣੀ ਨੂੰ ਮਨਾਉਣ ਵਾਸਤੇ ਨਹੀਂ ਪੱਟ ਦਾ ਮਾਸ ਖਾਧਾ। ਕੌਮ ਨੂੰ ਅਰਪਣ ਕੀਤਾ ਹੋਇਆ ਜੀਵਨ ਥੋੜ੍ਹਾ ਜਿਹਾ ਹੋਰ ਅੱਗੇ ਹੋ ਜੇ, ਉਹਦੇ ਲਈ ਖਾਧਾ। ਅਸੀਂ ਸੋਹਣੀ ਤਾਂ ਮਸ਼ਹੂਰ ਕਰ ਲਈ ਗੀਤਾਂ ਵਿੱਚ, ਗਾਇਕਾਂ ਨੇ। ਸੋਹਣੀ ਮਹੀਵਾਲ ਦੇ ਕਿੱਸੇ ਤਾਂ ਸਭ ਨੂੰ ਪਤਾ ਹੈ ਘਰ ਘਰ, ਪਰ ਆਹ ਆਸ਼ਕਾਂ ਦਾ ਨਹੀਂ ਪਤਾ, ਆਹ ਯੋਧਿਆਂ ਦਾ ਨਹੀਂ ਪਤਾ, ਇਹਨਾਂ ਸੂਰਮਿਆਂ ਬਾਰੇ ਨਹੀਂ ਸਾਨੂੰ ਪਤਾ ਕਿ ਯਾਰ ਆਹ ਹੈ ਅਸਲੀ ਆਸ਼ਕੀ, ਤਾਂ ਅਸਲੀ ਭਗਤੀ ਕੌਮ ਲਈ ਨਾ। ਇਹਨਾਂ ਨੂੰ ਨਹੀਂ ਅਸੀਂ ਯਾਦ ਕਰਦੇ। ਸਾਨੂੰ ਸੋਹਣੀ ਦਾ ਪੱਟ ਦਿਖਦਾ ਜਿਹਨੇ ਆਪਣੇ ਖਾਨਦਾਨ ਦਾ, ਆਪਣੇ ਘਰ ਦਾ ਜਾਂ ਸਮਾਜ ਦਾ ਭਲਾ ਤਾਂ ਕੀ ਕਰਨਾ ਸੀ, ਬਲਕਿ ਇੱਕ ਗਲਤ ਕਰੈਕਟਰ ਜਾਂ ਗਲਤ ਸੋਚ ਲੋਕਾਂ 'ਚ ਦਿੱਤੀ। ਕੀ ਅਸੀਂ ਇਹਨਾਂ ਦੀਆਂ ਫੋਟੋਆਂ ਘਰਾਂ 'ਚ ਲਾ ਸਕਦੇ ਹਾਂ? ਸੋਹਣੀ ਮਹੀਵਾਲ, ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਗੀਤਾਂ ਨੂੰ ਤਾਂ ਗੀਤਾਂ ਦੇ ਵਿੱਚ ਤਾਂ ਇਹਨਾਂ ਨੂੰ ਸਾਡੇ ਹੀਰੋ ਬਣਾ ਕੇ ਪੇਸ਼ ਕਰਤਾ, ਪਰ ਕਦੇ ਤੁਸੀਂ ਇਹਨਾਂ ਦੀਆਂ ਫੋਟੋਆਂ ਘਰਾਂ 'ਚ ਲੱਗੀਆਂ ਦੇਖੀਆਂ ਨੇ? ਕੀ ਕੋਈ ਚਾਹੂ ਸਾਡੀ ਧੀ ਭੈਣ ਸਾਹਿਬਾ ਬਣੇ? ਮਿਰਜ਼ਾ ਹਰੇਕ ਬਣਨਾ ਸੋਚਦਾ, ਕਿਉਂਕਿ ਇੰਨੀ ਸੋਚ ਨਹੀਂ। ਮਾੜੇ ਦੀ ਤਕਦੀਰ ਵਗੈਰਾ, ਇੱਕ ਮੁਸਲਮਾਨ ਕਵੀ ਹੈ, ਉਹਨੇ ਲਿਖੀ ਹੈ, ਮਾੜੇ ਦੀ ਤਕਦੀਰ ਵਗੈਰਾ, ਮੁੱਲਾਂ ਪੰਡਤ ਪੀਰ ਵਗੈਰਾ। ਕਿਉਂਕਿ ਮਾੜਾ ਬੰਦਾ ਜਿਹਨੂੰ ਤਕਦੀਰ ਆਪਦੀ ਮਾੜੀ ਲੱਗਦੀ ਹੈ, ਕਿਸਮਤ ਜਿਹਨੂੰ ਕਹਿੰਦੇ ਨੇ, ਉਹ ਆਪਦੀ ਤਕਦੀਰ ਕਿਹਦੇ ਕੋਲੇ ਲੱਭਦਾ? ਆ ਪੰਡਤਾਂ ਮੁੱਲਾਂ ਕੋਲੇ ਵੀ ਦੇਖਿਓ ਜੀ ਤਕਦੀਰ 'ਚ ਕੀ ਘਾਟ ਹੈ। ਕਹਿੰਦਾ ਮਾੜੇ ਦੀ ਤਕਦੀਰ ਵਗੈਰਾ, ਮੁੱਲਾਂ ਪੰਡਤ ਪੀਰ ਵਗੈਰਾ, ਜੇਕਰ ਮਿਰਜੇ ਸੌਂ ਜਾਵਣ ਤਾਂ ਟੁੱਟ ਜਾਂਦੇ ਨੇ ਤੀਰ ਵਗੈਰਾ। ਤੇਰੇ ਪਿੱਛੇ ਖੜੀਆਂ ਦਿਸਣ ਸੱਸੀ ਪੁੰਨੂ ਹੀਰ ਵਗੈਰਾ। ਸਾਹਿਬਾਂ, ਜੇ ਤੂੰ ਇਸ਼ਕ ਦੇ ਰਾਹ ਪੈਣਾ ਈ, ਜੇ ਤੂੰ ਇਸ਼ਕ ਦੇ ਰਾਹ ਪੈਣਾ ਈ ਸਾਹਿਬਾਂ, ਫਿਰ ਉਹ ਵੀਰ ਵਗੈਰਾ। ਗੈਰਤ ਗੈਰਤ ਕਰਦੇ ਮਰ ਗਏ ਕਿੰਨੇ ਖਾਨ ਸ਼ਮੀਰ ਵਗੈਰਾ। ਇੱਥੇ ਅਸੀਂ ਮਿਰਜ਼ੇ ਨੂੰ ਹੀਰੋ ਬਣਾ ਲਿਆ। ਬੰਦਾ ਚਾਹੁੰਦਾ ਕਿ ਮੈਂ ਮਿਰਜ਼ਾ ਬਣ ਜਾ, ਪਰ ਉਹਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਕਿ ਜਿਹੜੀ ਸਾਹਿਬਾਂ ਹੋਊਗੀ ਉਹ ਵੀ ਤਾਂ ਕਿਸੇ ਦੀ ਧੀ ਭੈਣ ਹੋਊ, ਤੇ ਸਾਡੀ ਵੀ ਹੋ ਸਕਦੀ ਹੈ ਉਹ। ਅਸੀਂ ਇਹਨਾਂ ਨੂੰ ਹੀਰੋ ਬਣਾ ਲਿਆ, ਪਰ ਫਿਰ ਵੀ ਘਰਾਂ 'ਚ ਹਾਲੇ ਤੱਕ ਵੀ ਨਹੀਂ ਪਹੁੰਚ ਸਕੇ। ਗੀਤਾਂ ਰਾਹੀਂ ਭਾਵੇਂ ਪਹੁੰਚਾਤਾ, ਸਾਡੇ ਇੱਥੇ ਵੀ ਪਹੁੰਚਾਤਾ, ਗੀਤਾਂ ਰਾਹੀਂ ਸਾਡੇ ਘਰਾਂ 'ਚ ਵੀ ਪਹੁੰਚ ਗਏ, ਪਰ ਹਾਲੇ ਤੱਕ ਸਮਾਜ ਨੇ ਪ੍ਰਵਾਨ ਨਹੀਂ ਇਹਨਾਂ ਨੂੰ ਕੀਤਾ ਹੋਇਆ।
ਤੇ ਜਿਨ੍ਹਾਂ ਨੂੰ ਪ੍ਰਵਾਨ ਕੀਤਾ ਹੋਇਆ, ਜਿਹੜੇ ਪੱਟ ਦਾ ਮਾਸ ਚੀਰ ਕੇ ਖਾ ਜਾਂ ਖਵਾ ਰਹੇ ਨੇ, ਯਾਰ ਕਿਹੋ ਜਿਹੇ ਬੰਦੇ ਹੋਣਗੇ? ਕਿਸ ਮਕਸਦ ਲਈ ਲੜ ਰਹੇ ਤੇ ਉਹ? ਨਿੱਜ ਲਈ ਜਾਂ ਕੌਮ ਲਈ? ਸਾਡੇ ਲਈ, ਸਾਡੀ ਹੋਂਦ ਲਈ, ਸਾਡੇ ਵਜੂਦ ਲਈ, ਸਾਡੀ ਆਜ਼ਾਦੀ ਲਈ। ਗੀਤਾਂ ਨੂੰ, ਕਲਾਕਾਰਾਂ ਨੂੰ ਵੀ ਆਪਾਂ ਭੰਡਦੇ ਵੀ ਹਾਂ, ਬਹੁਤ ਕੁਛ ਹੈ, ਪਰ ਇਹਦੇ ਵਿੱਚ ਇਹ ਵੀ ਹੈ ਕਿ ਆਪਾਂ ਉਹਨਾਂ ਨੂੰ ਅਧਿਕਾਰ ਵੀ ਨਹੀਂ ਦੇ ਰਹੇ। ਕਿਉਂਕਿ ਜਦੋਂ ਜੇ ਕੋਈ ਗੀਤਕਾਰ ਕਿਸੇ ਯੋਧੇ ਦਾ, ਕਿਸੇ ਸਾਡੇ ਮਾਰਸ਼ਲ ਦਾ ਨਾਮ ਲੈ ਲੈਂਦਾ, ਫਿਰ ਸਾਡੇ ਜਿਹੜੇ ਪ੍ਰਚਾਰਕ ਨੇ ਜ਼ਿਆਦਾ ਉਹ ਰੌਲਾ ਪਾਉਂਦੇ ਨੇ। ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਇਹ ਖਤਰਾ ਹੋ ਜਾਂਦਾ ਵੀ ਇਤਿਹਾਸ ਸੁਣਾਉਣਾ ਤਾਂ ਸਾਡਾ ਕੰਮ ਹੈ, ਜੇ ਇਤਿਹਾਸ ਵੀ ਇਹ ਸੁਣਾਉਣ ਲੱਗੇ ਸਾਡੀ ਤਾਂ ਰੋਜੀ ਰੋਟੀ 'ਤੇ ਲੱਤ ਮਾਰੀ ਗਈ। ਉਹਨਾਂ ਨੂੰ ਵੀ ਸਹੀ ਗਾਈਡੈਂਸ ਦੀ ਲੋੜ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਉਹਨਾਂ ਨੂੰ ਕਦੇ ਪਿਆਰ ਨਾਲ ਆਪਾਂ ਕਹੇ ਹੀ ਨਹੀਂ ਜਾ ਕੇ ਵੀ ਤੁਸੀਂ ਆਹ ਕੰਮ ਕਰ ਲਓ ਬਾਈ। ਕਦੇ ਕੋਈ ਜਥੇਬੰਦੀ ਇਸ ਲਈ ਮਿਲਣ ਗਈ ਹੈ ਵੀ ਤੇਰੇ ਕੋਲੇ ਭਾਈ ਗੁਣ ਹੈ, ਤੂੰ ਬਹੁਤ ਵਧੀਆ ਗੁਣੀ ਬੰਦਾ ਹੈ, ਗੁਣ ਨੂੰ ਚੰਗੇ ਪਾਸੇ ਵਰਤ ਲੈ। ਪਿਤਾ ਦਸ਼ਮੇਸ਼ ਨੇ, ਮੈਂ ਪਹਿਲਾਂ ਸਾਂਝ ਕੀਤੀ ਸੀ, 52 ਕਵੀਆਂ ਨੂੰ ਬੁਲਾ ਕੇ ਉਹਨਾਂ ਨੂੰ ਪ੍ਰੇਰ ਕੇ, ਕਿਉਂ ਯਾਰ ਕਹਿੰਦਾ ਸੋਲੇ ਗਾਈ ਜਾਂਦੇ ਉਹਨਾਂ ਦੇ ਰਾਜਿਆਂ ਦੇ। ਕੀ ਕਰਿਆ ਇਹਨਾਂ ਨੇ? ਖੁੱਡਾਂ 'ਚ ਬੜੇ ਬੈਠੇ ਨੇ। ਇੱਕ ਬਾਦਸ਼ਾਹ ਇੱਕ ਦਬਕਾ ਮਾਰਦਾ, ਠਠੰਬਰ ਜਾਂਦੇ ਨੇ, ਲੱਤਾਂ ਕੰਬਣ ਲੱਗ ਜਾਂਦੇ ਨੇ। ਤੁਸੀਂ ਇਹਨਾਂ ਦੇ ਸੋਲੇ ਪੜ੍ਹੀ ਜਾਂਦੇ ਹੋ। ਕੌਮ ਨੂੰ ਜਗਾਉਣ ਵਾਲਾ ਸਾਹਿਤ ਲਿਖੋ। 52 ਕਵੀ। ਔਰੰਗਜ਼ੇਬ ਦਾ ਦਰਬਾਰੀ ਕਵੀ ਸੀ ਭਾਈ ਨੰਦ ਲਾਲ ਜੀ ਗੋਇਆ, ਜਿਹੜਾ ਸਾਡਾ ਸਭ ਤੋਂ ਗੁਰੂ ਗ੍ਰੰਥ ਸਾਹਿਬ ਜੀ ਔਰ ਭਾਈ ਗੁਰਦਾਸ ਜੀ ਤੋਂ ਬਾਅਦ ਸਭ ਤੋਂ ਸਰਬ ਸ੍ਰੇਸ਼ਟ ਜਿਹਦੀਆਂ ਰਚਨਾਵਾਂ ਮੰਨੀਆਂ ਗਈਆਂ ਨੇ, ਉਹ ਭਾਈ ਨੰਦ ਲਾਲ ਜੀ ਨੇ। ਐਡੇ ਇੱਕ ਮਹਾਨ ਬੰਦੇ ਸੀ ਉਹ। ਔਰੰਗਜ਼ੇਬ ਦਾ ਦਰਬਾਰੀ ਕਵੀ ਵੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆ ਗਿਆ। ਉੱਥੇ ਰੁਤਬੇ ਜਗੀਰਾਂ ਮਿਲ ਰਹੀਆਂ ਨੇ, ਤੇ ਇੱਥੇ ਮੌਤ ਹੈ, ਪਰ ਮੌਤ ਪ੍ਰਵਾਨ ਕਰ ਲਈ ਕਿਉਂਕਿ ਉਹਨੂੰ ਜ਼ਿੰਦਗੀ ਦਿਖੀ। ਜਦੋਂ ਉਹਨੇ ਰਚਨਾ ਲਿਖੀ ਨਾ ਗੁਰੂ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਭਿੱਜ ਕੇ, ਉਸ ਰਚਨਾ ਦਾ ਨਾਮ ਸੀ ਬੰਦਗੀਨਾਮਾ। ਬੰਦਗੀ, ਗੁਰੂ ਪਾਤਸ਼ਾਹ ਦੀ ਬੰਦਗੀ ਕਰਨ ਵਾਲੇ। ਤੇ ਜਦੋਂ ਹਜ਼ੂਰ ਨੇ ਉਹ ਬੰਦਗੀਨਾਮਾ ਪੜ੍ਹਿਆ, ਜੋ ਰਚਨਾਵਾਂ ਪੜ੍ਹੀਆਂ ਉਹਦੀਆਂ, ਤਾਂ ਮੇਰੇ ਦਾਤੇ ਨੇ ਭਾਈ ਸਾਹਿਬ ਨੂੰ ਕੋਲੇ ਬੁਲਾ ਕੇ ਕਿਹਾ, ਉਹ 'ਤੇ ਕਾਟਾ ਮਾਰਤਾ। ਕਹਿੰਦੇ ਨਾ, ਇਹ ਬੰਦਗੀਨਾਮਾ ਥੋੜ੍ਹੀ ਹੈ, ਇਹ ਜ਼ਿੰਦਗੀਨਾਮਾ ਹੈ। ਇਹਨੂੰ ਪੜ੍ਹ ਕੇ ਤਾਂ ਲੋਕ ਜਿਉਣਾ ਸਿੱਖਣਗੇ। ਆਪਣੇ ਮੁਬਾਰਕ ਕਰ ਕਮਲਾਂ ਦੇ ਨਾਲ ਹਜ਼ੂਰ ਨੇ ਖੁਦ ਨਾਮ, ਟਾਈਟਲ ਚੇਂਜ ਕੀਤਾ ਉਹਦਾ, ਬੰਦਗੀਨਾਮਾ ਤੋਂ ਜ਼ਿੰਦਗੀਨਾਮਾ ਕੀਤਾ। ਉਹ ਰਚਨਾਵਾਂ ਲਿਖੀਆਂ। ਤੇ ਅੱਜ ਵੀ ਜਿਨ੍ਹਾਂ ਕਲਾਕਾਰਾਂ ਕੋਲੇ ਗੁਣ ਹੈ, ਕਦੇ ਸ਼੍ਰੋਮਣੀ ਕਮੇਟੀ ਨੇ ਤਾਂ ਮੈਨੂੰ ਲੱਗਦਾ, ਚਲੋ ਉਹ ਤਾਂ ਵਿਚਾਰੀ, ਉਹਨੂੰ ਹੋਰ ਕੰਮਾਂ ਤੋਂ ਫੁਰਸਤ ਨਹੀਂ, ਆਪਾਂ ਫੇਰ ਇਹ ਸਾਂਝ ਕਰਾਂਗੇ। ਸੋ ਆਪਾਂ ਜੇ ਇਹਨਾਂ ਨੂੰ ਆਪਾਂ ਪ੍ਰੇਰਿਆ ਹੁੰਦਾ ਤਾਂ ਇਹ ਵੀ ਰਚਨਾਵਾਂ ਲਿਖ ਸਕਦੇ ਤੇ, ਪਰ ਆਪਾਂ ਉਸ ਪਾਸੇ ਤੁਰੇ ਨਹੀਂ, ਕਿਉਂਕਿ ਅੱਜ ਦੀ ਨੌਜਵਾਨੀ 'ਤੇ ਅਸਰ ਇਹਨਾਂ ਦਾ ਜ਼ਿਆਦਾ ਹੁੰਦਾ ਹੈ। ਸੋ ਖੈਰ, ਇਹਨਾਂ ਯੋਧਿਆਂ ਨੇ ਜੋ ਕੌਮ ਲਈ ਕੀਤਾ, ਅੱਥ ਕੱਥ ਨਹੀਂ ਉਹ ਲੱਗਦੀ ਹੈ ਜਦੋਂ ਸੁਣਦਾ ਨਾ ਬੰਦਾ, ਉਹ ਕਹਿੰਦਾ ਯਾਰ ਐਂ ਹੋ ਹੀ ਨਹੀਂ ਸਕਦਾ। ਕਿਉਂਕਿ ਅਸੀਂ ਆਪਣੇ ਲੈਵਲ 'ਤੇ ਖੜ੍ਹ ਕੇ ਸੋਚਦੇ ਹਾਂ, ਸਾਡਾ ਲੈਵਲ ਉੱਥੇ ਤੱਕ ਜਾ ਹੀ ਨਹੀਂ ਰਿਹਾ। ਸਾਨੂੰ ਐਂ ਲੱਗਦਾ ਵੀ ਐਂ ਹੋ ਹੀ ਨਹੀਂ ਸਕਦਾ, ਯਾਰ ਐਂ ਕਿਵੇਂ ਹੋ ਜੂ। ਇਸੇ ਲਈ ਜਾਂ ਤਾਂ ਅਸੀਂ ਤੇ ਕਾਟਾ ਮਾਰਦਾ ਨੇ ਇਹਨਾਂ ਚੀਜ਼ਾਂ 'ਤੇ ਵੀ ਹੋਈਆਂ ਨਹੀਂ, ਤੇ ਜਾਂ ਕਰਾਮਾਤ। ਬਸ ਦੋ ਚੀਜ਼ਾਂ 'ਤੇ ਸਾਡਾ ਅੜ ਗਿਆ, ਵਿਚਾਲਲਾ ਮੇਲ ਸਾਡਾ ਰਿਹਾ ਹੀ ਨਹੀਂ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਇਹਨਾਂ ਯੋਧਿਆਂ ਨੂੰ ਅਸੀਂ ਸਮਝੇ ਸਕੀਏ, ਹੋਰ ਤਾਂ ਛੱਡੋ ਗੱਲਾਂ, ਸਮਝ ਸਕੀਏ ਵੀ ਉਹਨੇ ਕੀਤਾ ਕੀ ਹੈ। ਮੈਂ ਇੱਕ ਨਾ ਮਹਾਰਾਣੀ ਸੁਸ਼ੀਲ ਕੌਰ ਦੀ ਜਿਹੜੀ ਗੱਲ ਕਰਦਾ ਸੀ ਵੀ ਜੇ ਫਿਲਮ ਬਣੇ ਬਾਬਾ ਬੰਦਾ ਸਿੰਘ ਬਹਾਦਰ 'ਤੇ, ਹਰਕੁਲੇਸ ਫਿਲਮ ਮੈਂ ਦੇਖੀ, ਇੰਗਲਿਸ਼ ਮੂਵੀ ਹਰਕੁਲੇਸ, ਜਿਹਦਾ ਵਿੱਚ ਹੀਰੋ ਦਾ ਰੋਲ ਹੈ ਜਿਹੜਾ ਮੁੱਖ, ਉਹ ਦਾ ਰੌਕ ਹੈ, ਜਿਹੜਾ ਰੌਕ ਨਹੀਂ ਉਹ WWE ਲੜਦਾ, ਉਹ ਹੀਰੋ ਹੈ ਇਹਦੇ ਵਿੱਚ। ਅਤੇ ਉਹਦੇ ਨਾਲ ਇੱਕ ਕੁੜੀ ਵੀ ਲੜਦੀ ਹੈ, ਪੂਰੀ ਫਿਲਮ ਦੇ ਵਿੱਚ ਉਹਦੇ ਨਾਲ ਰਹਿੰਦੀ ਹੈ। ਪਰ ਇੱਥੇ ਮੈਨੂੰ ਇਹ ਲੱਗਦਾ ਸੀ ਵੀ ਬੀਬੀ ਸੁਸ਼ੀਲ ਕੌਰ ਐਂ ਲੜਦੀ ਹੋ, ਕਿਉਂਕਿ ਬਹੁਤ ਕਮਾਲ ਦੀ ਤੀਰਅੰਦਾਜ਼ ਦਿਖਾਈ ਗਈ ਹੈ ਉਹ ਕੁੜੀ ਵੀ। ਹੁਣ ਉਹਦੀ ਕਈ ਫਿਲਮ ਨੂੰ ਦੇਖਿਓ ਜਾਂ ਦੇਖਣਗੇ ਤਾਂ ਇਹ ਉਹਦੀ ਡਰੈਸ ਵੱਲ ਨਹੀਂ ਜਾਣਾ, ਕਿਉਂਕਿ ਇਹ ਉਹਨਾਂ ਦਾ ਕਲਚਰ ਵੀ ਹੈ। ਅਤੇ ਦੂਜਾ ਗਲੈਮਰ ਦਿਖਾਉਣ ਦੇ ਲਈ, ਫਿਲਮਾਂ ਨੂੰ ਚਲਾਉਣ ਦੇ ਲਈ, ਦਰਸ਼ਕਾਂ ਦੀ ਮੰਗ 'ਤੇ ਉਹ ਡਰੈਸਅਪ ਉਹ ਆਪ ਕਰਦੇ ਨੇ। ਉਹਨਾਂ ਨੂੰ ਆਪਾਂ ਕੋਈ ਵੀ ਨਹੀਂ ਸੋਚ ਸਕਦਾ ਜਾਂ ਕਰ ਸਕਦਾ ਇਸ ਚੀਜ਼ ਨੂੰ। ਤੁਸੀਂ ਆਪਣੇ ਵੀ ਦੇਖੋਗੇ ਜਦੋਂ ਫਿਲਮਾਂ, ਤਾਂ ਉਹਨਾਂ ਫਿਲਮਾਂ 'ਚ ਸ਼ਹੀਦ ਊਧਮ ਸਿੰਘ 'ਤੇ ਫਿਲਮ ਬਣੀ ਸੀ, ਉਹਦੇ ਵਿੱਚ ਵੀ ਗਲੈਮਰ ਦਿਖਾਇਆ ਗਿਆ ਸ਼ਹੀਦ ਊਧਮ ਸਿੰਘ ਨੂੰ ਵੀ 3-4 ਔਰਤਾਂ ਦੇ ਨਾਲ। ਉਹ ਭਾਵੇਂ ਹੈ ਸੀ ਜਾਂ ਨਹੀਂ ਸੀ, ਫਿਲਮ ਨੂੰ ਦੇ ਵਿੱਚ ਰੌਚਕਤਾ ਪੈਦਾ ਕਰਨ ਦੇ ਲਈ, ਲੋਕਾਂ ਦੀ ਡਿਮਾਂਡ ਪੂਰੀ ਕਰਨ ਦੇ ਲਈ, ਜਾਂ ਕਿਸੇ ਵੀ ਤਰੀਕੇ ਦੇ ਨਾਲ ਉਸ ਫਿਲਮ ਨੂੰ ਹਿੱਟ ਕਰਨ ਦੇ ਲਈ ਉਹ ਮਸਾਲਾ ਪਾਉਂਦੇ ਨੇ। ਉਦੋਂ ਬਾਅਦ ਤੁਸੀਂ ਫਿਲਮ ਦੇਖਦੇ ਹੋ ਉੱਡਣਾ ਸਿੱਖ, ਫਲਾਇੰਗ ਸਿੱਖ, ਜਿਹੜਾ ਆਪਣਾ ਦੌੜਾਕ ਸਿੱਖ ਹੈ ਮਿਲਖਾ ਸਿੰਘ, ਉਹਦੇ 'ਤੇ ਫਿਲਮ ਬਣੀ, ਉਹਦੇ ਵਿੱਚ ਵੀ ਗਲੈਮਰ ਪਾਇਆ ਗਿਆ। ਇਹ ਇੱਕ ਸੈਪਰੇਟ ਇਸ਼ੂ ਹੁੰਦਾ ਹੈ।
ਤੇ ਇਤਿਹਾਸਕ ਫਿਲਮਾਂ ਦੇ ਵਿੱਚ ਜੇ ਸ਼੍ਰੋਮਣੀ ਕਮੇਟੀ ਵਰਗੇ ਸਹਿਯੋਗ ਕਰਨ ਜਾਂ ਹੋਰ, ਤਾਂ ਇਹ ਫਿਲਮਾਂ ਬਣਨ ਤੇ ਲੋਕਾਂ ਨੂੰ ਪਤਾ ਲੱਗੇ ਕਿ ਫਿਲਮਾਂ ਹੁੰਦੀਆਂ ਕੀ ਨੇ, ਯੋਧੇ ਹੁੰਦੇ ਕੀ ਨੇ। ਪਰ ਨਹੀਂ, ਸਾਡੀ ਸ਼੍ਰੋਮਣੀ ਕਮੇਟੀ, ਤੁਹਾਨੂੰ ਦੱਸਿਆ ਵੀ ਹਲੇ ਟਾਈਮ ਨਹੀਂ ਹੈਗਾ ਉਹਦੇ ਕੋਲ, ਬਿਜ਼ੀ ਬਹੁਤ ਹੈ। ਸੋ ਖੈਰ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪੈ ਗਿਆ, ਭੁੱਖ ਦਾ ਤਾਂਡਵ ਨੱਚਿਆ ਗਿਆ, ਤਾਂਡਵ, ਨੰਗਾ ਨਾਚ ਜਿਹਨੂੰ ਕਹਿ ਦਿੰਦੇ ਆ। ਤੇ ਇੱਥੇ ਸਭ ਤੋਂ ਇੱਕ ਦੁਖਾਂਤ ਵੀ ਵਾਪਰਿਆ ਸੀ ਕਿ ਵਿਨੋਦ ਸਿੰਘ, ਉਹ ਇਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਗਿਆ। ਹੁਣ ਇੱਥੇ ਬਹੁਤ ਵੱਡੇ ਸਵਾਲ ਪੈਦਾ ਹੁੰਦੇ ਨੇ, ਬਹੁਤ ਵੱਡੇ ਵੱਡੇ। ਹੁਣ ਕਈ ਸੰਗੇ ਉਹ ਬਾਬਾ ਵਿਨੋਦ ਸਿੰਘ ਨੂੰ ਕਹਿੰਦੇ ਨੇ ਜੋ 5 ਪਿਆਰਿਆਂ 'ਚੋਂ ਆਇਆ ਸੀ, ਇਸ ਲਈ ਉਹ ਸਹੀ ਸੀ, ਕਿਉਂਕਿ ਸਾਨੂੰ ਰੁਤਬਾ 5 ਪਿਆਰਿਆਂ ਦਾ ਉੱਚਾ ਕੀਤਾ ਗਿਆ। ਹੁਣ ਇਹ ਵੀ ਤਾਂ ਧਿਆਨ ਰੱਖੋ ਨਾ ਵੀ ਪਿਆਰੇ 5 ਸੀ ਤੇ 4 ਤਾਂ ਨਾਲ ਖੜੇ ਨੇ, 4 ਪਿਆਰੇ ਤਾਂ ਨਾਲ ਖੜੇ ਨੇ, ਜੇ 5ਵਾਂ ਛੱਡ ਗਏ। ਹੁਣ ਇੱਥੋਂ ਜਦੋਂ ਬਾਅਦ ਦੀਆਂ ਇਹਦੀਆਂ ਕਾਰਗੁਜ਼ਾਰੀਆਂ ਦੇਖੀਆਂ ਜਾਂਦੀਆਂ ਨੇ ਵਿਨੋਦ ਸਿੰਘ ਦੀਆਂ, ਉਦੋਂ ਪਤਾ ਲੱਗਦਾ ਵੀ ਇਹ ਮੁਗਲਾਂ ਨਾਲ ਰਲ ਚੁੱਕਿਆ ਸੀ। ਪਰ ਇਹਨੂੰ ਉਹਨੇ ਬਾਹਰ ਆ ਕੇ ਬੰਦਈ ਖਾਲਸਾ ਬਣਾਤਾ, ਆਪ ਤੱਤ ਖਾਲਸਾ ਬਣ ਕੇ ਆਪਣੇ ਆਪ ਨੂੰ ਪ੍ਰਚਾਰ ਕੀਤਾ ਹੈ। ਇਹ ਅਕਸਰ ਹੀ ਹੁੰਦਾ, ਗਦਾਰ ਹਮੇਸ਼ਾ ਹੀ ਗੱਦੀਆਂ 'ਤੇ ਬਹਿੰਦੇ ਨੇ। ਤੁਸੀਂ 84 ਦਾ ਅਟੈਕ ਦੇਖ ਲਓ, ਜਿਹੜੇ ਹੱਥ ਖੜੇ ਕਰਕੇ ਆ ਗਏ ਅੱਜ ਤੱਕ ਰਾਜ ਮੰਨ ਰਹੇ ਨੇ, ਤੇ ਉਹ ਅੱਤਵਾਦੀ ਨੇ ਜਿਹੜੇ ਲੜ ਕੇ ਮਰ ਗਏ। ਇਹ ਜਿਹਦਾ ਵੀ ਰਾਜ ਆ ਜਾਂਦਾ ਉਹ, ਜਾਂ ਜਿਹੜਾ ਵਿਰੋਧੀਆਂ ਨਾਲ ਰਲ ਜਾਂਦਾ, ਉਹਨੂੰ ਤਾਹਾਂ ਚੱਕਿਆ ਜਾਂਦਾ। ਜਦੋਂ ਕੋਈ ਮੂਵਮੈਂਟ ਚੱਲਦੀ ਹੈ, ਜਦੋਂ ਵੀ ਕੋਈ ਆਪਣੇ ਹੱਕਾਂ ਦੀ ਰਾਖੀ ਲਈ ਗੱਲ ਕਰਦੀ ਹੈ, ਕੋਈ ਮੂਵਮੈਂਟ ਤੁਰਦੀ ਹੈ, ਉਦੋਂ ਆਮ ਤੌਰ 'ਤੇ ਕੀਤਾ ਜਾਂਦਾ, ਪਹਿਲਾਂ ਤਾਂ ਉਸ ਮੂਵਮੈਂਟ ਨੂੰ ਰੋਕਿਆ ਜਾਂਦਾ, ਦਬਾਇਆ ਜਾਂਦਾ। ਜਿਹੜੇ ਸਰਕਾਰੀ ਬੰਦੇ ਹੁੰਦੇ ਨੇ, ਚਾਹੇ ਉਹ ਸਾਧ ਨੇ, ਚਾਹੇ ਰਾਜਨੀਤਿਕ ਲੋਕ ਨੇ, ਉਹਦੇ ਨਾਲ ਉਹਦਾ ਸਾਥ ਨਹੀਂ ਦਿੰਦੇ। ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇਸ ਮੂਵਮੈਂਟ ਨੂੰ ਰੋਕਿਆ ਜਾਵੇ। ਜਦੋਂ ਸਰਕਾਰ ਦੇਖ ਲੈਂਦੀ ਵੀ ਇਹ ਮੂਵਮੈਂਟ ਰੁਕਦੀ ਨਹੀਂ, ਇਹ ਗੱਲਾਂ ਜਾਂ ਮੰਗਾਂ ਮੰਨਣੀਆਂ ਪੈਣਗੀਆਂ, ਫਿਰ ਉਹਨਾਂ ਦੇ ਜਿਹੜੇ ਪਾਲਤੂ ਹੁੰਦੇ ਨੇ, ਪਾਲਤੂ ਕੁੱਤੇ ਰੱਖੇ ਹੁੰਦੇ ਨੇ ਜਿਹੜੇ, ਉਹਨਾਂ ਨੂੰ ਭੇਜਦੇ ਨੇ ਫਿਰ ਉਹ ਕਿ ਹੁਣ ਇਸ ਮੂਵਮੈਂਟ 'ਚ ਸ਼ਾਮਿਲ ਹੋ ਜਾਓ। ਫਿਰ ਉਹ ਮੂਵਮੈਂਟ 'ਚ ਸ਼ਾਮਿਲ ਹੁੰਦੇ ਨੇ ਆ ਕੇ ਸਾਡੀ 'ਚ। ਉਹ ਮੂਵਮੈਂਟ 'ਚ ਜਦੋਂ ਸ਼ਾਮਿਲ ਹੋ ਗਏ ਆ ਕੇ, ਉਹਨਾਂ ਨੇ ਕਮਾਂਡ ਸਾਂਭ ਲਈ, ਫਿਰ ਉਹ ਵੱਡੇ ਜੋਸ਼ ਨਾਲ ਇਹ ਸ਼ੋਅ ਕਰਦੇ ਨੇ ਵੀ ਹੁਣ ਮੂਵਮੈਂਟ ਦਾ ਭਾਰ ਸਾਡੇ ਉੱਤੇ ਹੈ। ਗੱਲਬਾਤ ਉਹਨਾਂ ਦੀ ਸਰਕਾਰ ਨਾਲ ਹੋਈ ਹੁੰਦੀ ਹੈ, ਫਿਰ ਸਰਕਾਰ ਗੱਲਬਾਤ ਉਹਨਾਂ ਦੇ ਥਰੂ ਕਰਦੀ ਹੈ ਲੋਕਾਂ 'ਚ, ਤਾਂ ਕਿ ਉਹਨਾਂ ਦਾ ਰੁਤਬਾ, ਦਬਦਬਾ ਕਾਇਮ ਰੱਖਿਆ ਜਾ ਸਕੇ ਵੀ ਆਹ ਇਹਨਾਂ ਨੇ ਮਨਾਤੀਆਂ ਵੀ ਗੱਲਾਂ। ਉਹ ਹੁੰਦੇ ਸਰਕਾਰੀ ਨੇ, ਮੂਵਮੈਂਟ ਨਾਲ ਗੱਲ ਦਬੀ ਹੁੰਦੀ ਹੈ, ਪਰ ਉਹਨਾਂ ਦੇ ਥਰੂ ਗੱਲ ਮਨਾਈ ਦਿੱਤੀ ਜਾਂਦੀ ਹੈ ਤਾਂ ਕਿ ਸਾਡੇ ਮਨ 'ਚ ਉਹਨਾਂ ਦਾ ਸਤਿਕਾਰ ਫੇਰ ਕਾਇਮ ਹੋ ਜੇ ਜਿਹੜਾ ਥੱਲੇ ਆ ਗਿਆ ਸੀ। ਇਹ ਬਹੁਤ ਡੂੰਘੀਆਂ ਗੱਲਾਂ ਨੇ, ਬਹੁਤ ਡੂੰਘੀਆਂ ਚਾਲਾਂ ਨੇ ਔਰ ਸਿਆਣਪਾਂ ਨੇ ਸਰਕਾਰ ਦੀਆਂ ਕਿ ਸਾਨੂੰ ਮੂਰਖ ਕਿਵੇਂ ਬਣਾਉਣਾ। ਸੋ ਇਹ ਵਿਨੋਦ ਸਿੰਘ ਉਸ ਵੇਲੇ ਗੜੀ 'ਚੋਂ ਨਿਕਲ ਗਿਆ। ਕਿਵੇਂ ਨਿਕਲਿਆ ਬਾਹਰ, ਤਾਂ ਐਡਾ ਵੱਡਾ ਘੇਰਾ ਸੀ। ਸੋ ਇਹ ਵੀ ਆਪੇ ਸਮਝ ਸਕਦੇ ਹੋ ਵੀ ਕਿਵੇਂ ਨਿਕਲ ਸਕਦੇ ਨੇ। ਸੋ ਹੁਣ ਇੱਥੇ ਆ ਕੇ ਜਦੋਂ ਅਖੀਰਲਾ ਸਮਾਂ ਆ ਗਿਆ, ਅੰਦਰ ਬਿਮਾਰੀਆਂ ਵੀ ਫੈਲ ਗਈਆਂ, ਕਿਉਂਕਿ ਅੱਗ ਵੀ ਨਹੀਂ ਰਹੀ, ਕੱਚਾ ਮਾਸ ਵੀ ਸਿੰਘਾਂ ਨੂੰ ਖਾਣਾ ਪਿਆ, ਜਿਹਦੇ ਨਾਲ ਪੇਚਿਸ ਵਰਗੀਆਂ ਬਿਮਾਰੀਆਂ ਅੰਦਰ ਫੈਲ ਗਈਆਂ। ਜਿਹੜਾ ਸਿੰਘ ਪੂਰਾ ਵੀ ਹੋ ਜਾਂਦਾ ਸੀ, ਸ਼ਹੀਦ ਹੋ ਜਾਂਦਾ ਸੀ, ਉਹਦੀ ਲਾਸ਼ ਨੂੰ ਵੀ ਉਹ ਬਾਹਰ ਨਹੀਂ ਸਿੱਟ ਸਕਦੇ ਤੇ। ਜੇ ਬਾਹਰ ਸਿੱਟਦੇ ਨੇ, ਦੁਸ਼ਮਣ ਨੂੰ ਪਤਾ ਲੱਗਦਾ ਕਿ ਅੰਦਰ ਤਾਂ ਖਤਮ ਹੋਣੇ ਸ਼ੁਰੂ ਹੋ ਗਏ, ਉਹਨੂੰ ਅੰਦਰੇ ਦੱਬਿਆ ਜਾਂਦਾ। ਕਿੰਨਿਆਂ ਕੁ ਨੂੰ ਦੱਬ ਲਾਂਦੇ, ਕਿੰਨਾ ਕੁ ਥਾਂ ਸੀ। ਸੋ ਹੌਲੀ ਹੌਲੀ ਉਹਨਾਂ ਦੀਆਂ ਗਲੀਆਂ ਸੜੀਆਂ ਬੌਡੀਆਂ ਨਾਲ ਅੰਦਰ ਵੀ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ। ਹਾਲਤ ਬਾਹਰ ਵੀ ਖਤਮ ਹੋ ਚੁੱਕੀ ਹੈ। ਤੁਹਾਨੂੰ ਦੱਸਿਆ ਵੀ ਬਾਹਰ ਵੀ ਬਾਰਿਸ਼ਾਂ ਦੇ ਵਿੱਚ ਫੌਜਾਂ ਬੈਠੀਆਂ ਨੇ। 8 ਮਹੀਨੇ ਕੋਈ ਥੋੜ੍ਹੇ ਨਹੀਂ ਹੁੰਦੇ, ਕਿੰਨੇ ਮੌਸਮ ਲੰਘੇ ਨੇ ਉੱਤੋਂ ਦੀ। ਉਹ ਐਂ ਸਮਝ ਲਓ ਵੀ ਹਾਰਨ ਦੇ ਕੰਢੇ ਉਹ ਪਹੁੰਚ ਚੁੱਕੇ ਨੇ। ਜੇ ਵਿਨੋਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਮੰਨ ਲੈਂਦਾ ਵੀ ਕੁਛ ਦਿਨ ਕੱਟ ਜਾਓ, ਲੱਕ ਤੋੜਤਾ ਇਹਨਾਂ ਦਾ, ਇਹ ਬੁਰੀ ਤਰ੍ਹਾਂ ਹਾਰ ਕੇ ਮੁੜਨਗੇ, ਮੁੜ ਕੇ ਮੂੰਹ ਨਹੀਂ ਕਰਨਾ, ਮੁੜਨ ਵਾਲੇ ਨੇ। ਪਰ ਉਹ ਬਾਹਰ ਵਗ ਗਿਆ ਤੇ ਉਹਨੇ ਸਾਰਾ ਅੰਦਰਲਾ ਹਾਲ ਬਿਆਨ ਕਰਤਾ ਕਿ ਅੰਦਰ ਤਾਂ ਮਰੇ ਪਏ ਨੇ, ਹੁਣ ਜਾਇਓ ਨਾ ਕਿਤੇ, ਛੱਡਿਓ ਨਾ। ਉਹਨਾਂ ਦਾ ਹੌਸਲਾ ਦੁੱਗਣਾ ਹੋ ਗਿਆ। ਹੁਣੇ ਹੀ ਸੀ ਜਦੋਂ ਪਤਾ ਲੱਗੇ ਵੀ ਅੰਦਰ ਤਾਂ ਕੱਖ ਨਹੀਂ ਰਿਹਾ ਸੀ, ਹੁਣ ਡਰੀ ਜਾਂਦੇ ਬੈਠੇ। ਸੋ ਹੁਣ ਇੱਥੇ ਜਦੋਂ ਗੜੀ ਦਾ ਦਰਵਾਜ਼ਾ ਖੋਲ੍ਹਿਆ, ਇੱਥੇ ਕਈ ਫੇਰ ਉਹੀ ਗੱਲ ਹੈ, ਕੰਟਰੋਵਰਸੀ ਹੈ। ਕੁਛ ਵਿਦਵਾਨ ਇਹ ਕਹਿੰਦੇ ਨੇ ਕਿ ਇਹ ਹਾਲਤ 'ਚ ਸਿੰਘ ਪਹੁੰਚੇ ਹੋਏ ਸੀ ਕਿ ਲੜਨ ਦੀ ਸਮਰੱਥਾ ਹੀ ਨਹੀਂ ਸੀ ਉਹਨਾਂ 'ਚ। ਉਹ ਐਂ ਸਮਝ ਲਓ ਵੀ ਕੰਧਾਂ ਦਾ ਆਸਰਾ ਲਾ ਕੇ ਬਸ ਸਾਹ ਚੱਲ ਰਿਹਾ ਸੀ ਉਹਨਾਂ ਦਾ, ਹੋਰ ਉਹਨਾਂ 'ਚ ਕੱਖ ਨਹੀਂ ਸੀ। ਕੁਛ ਕੁ ਕਹਿੰਦੇ ਨੇ ਕਿ ਕੁਛ ਕੁ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਬਾਜ ਸਿੰਘ ਵਰਗੇ, ਇਹ ਲੜ ਕੇ ਗ੍ਰਿਫਤਾਰ ਕੀਤੇ ਗਏ ਨੇ, ਕਾਫੀ ਚਿਰ ਲੜੇ ਨੇ। ਸੋ ਖੈਰ ਜੋ ਵੀ ਹੋਇਆ, ਇਹਨਾਂ ਨੂੰ ਗ੍ਰਿਫਤਾਰ ਕਰਿਆ ਗਿਆ। ਕਿੰਨੇ? ਸਿਰਫ 200-250 ਬੰਦਾ, ਬਾਕੀ ਸ਼ਹੀਦ ਹੋ ਚੁੱਕੇ ਨੇ। ਇੰਨੇ ਕੁ
ਮਤਲਬ ਕਰੂਰਤਾ ਦਿਖਾਈ ਹੈ। ਕਾਫੀ ਖਾਨ ਵਰਗੇ ਲਿਖਦੇ ਨੇ ਕਿ ਮੁਗਲਾਂ ਨੇ ਕਿ ਅੰਦਰ ਜਿਹੜੇ ਸਿੰਘ ਫੜੇ ਗਏ ਉਹਨਾਂ ਦੇ ਢਿੱਡ ਪਾੜ ਪਾੜ ਕੇ ਛੁਰਿਆਂ ਨਾਲ ਦੇਖਿਆ ਵੀ ਇਹਨਾਂ ਦਾ ਖਜ਼ਾਨਾ ਕਿੱਥੇ ਹੈ, ਕਿਤੇ ਮੋਹਰਾਂ ਇਹਨਾਂ ਨੇ ਨਿਗਲ ਤਾਂ ਨਹੀਂ ਲਈਆਂ। ਢਿੱਡ ਚਾਕ ਕੀਤੇ ਗਏ, ਗੜੀ ਢਾਹ ਦਿੱਤੀ ਗਈ। ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲਿਆ, ਸਿੰਘ ਕੈਦ ਕਰ ਲਏ, ਸਿਰਫ 200-250 ਬੰਦਾ। ਜ਼ਕਰੀਆ ਖਾਨ, ਅਹਿਮਦ ਸਬਦ ਖਾਨ ਤੇ ਹੋਰ ਨਗਾਰੇ ਵਜਾਤੇ ਉਹਨਾਂ ਨੇ ਖੁਸ਼ੀ ਦੇ। ਕਹਿੰਦਾ ਕੌਮ ਦੇ ਸ਼ਹੀਦਾਂ ਦਾ ਜਲੂਸ ਚੱਲਾ ਜਾ ਰਿਹਾ ਸੀ, 3000 ਸਿਰ ਨੇਜੀ ਟੰਗਵਾਇਆ ਹੋਇਆ, ਹੱਥਾਂ 'ਚ ਜੰਜੀਰਾਂ, ਗਲ ਤੌਕ, ਪੈਰੀ ਬੇੜੀਆਂ ਨੇ। ਬੰਦਾ ਸਿੰਘ ਕੈਦ ਕਰ ਹਾਥੀ ਤੇ ਬਿਠਾਇਆ ਹੋਇਆ। ਕੱਲ ਜਿਹਦਾ ਨਾਮ ਸੁਣ ਕੰਬਦੀ ਸੀ ਬਾਦਸ਼ਾਹੀ, ਅੱਜ ਉਹ ਸ਼ੇਰ ਫਰ ਪਿੰਜਰੇ 'ਚ ਪਾਇਆ ਹੋਇਆ। ਮਰਦ ਅਜਮਾਏ ਜਾਣ, ਔਕੜਾਂ 'ਚ ਸੀਤ ਲੱਜੀ, ਡੋਲਿਆ ਨਹੀਂ ਸਿੱਖ ਪਰ ਮੌਤ ਦੇ ਮੂੰਹ ਆਇਆ ਹੋਇਆ। ਹੁਣ ਗ੍ਰਿਫਤਾਰ ਕਰ ਲਏ, ਲਾਹੌਰ ਲੈ ਗਏ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ। ਤੇ ਜਦੋਂ ਗ੍ਰਿਫਤਾਰ ਕੀਤੇ ਸਾਨੂੰ ਲੈ ਗਏ, ਹੁਣ ਮਨ 'ਚ ਇਹ ਖਿਆਲ ਆਇਆ ਵੀ ਇੰਨੇ ਥੋੜੇ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਵਾਂਗੇ, ਸ਼ਰਮ ਨਹੀਂ ਆਊ। ਇਹਨਾਂ ਨੂੰ ਫੜਨ ਲਈ 250 ਬੰਦੇ ਨੂੰ ਫੜਨ ਲਈ ਲੱਖਾਂ ਦੀ ਫੌਜ ਸਾਲ ਤੋਂ ਭਟਕ ਰਹੀ ਹੈ। ਫੇਰ ਕੀ ਸੀ, ਜ਼ਕਰੀਆ ਖਾਨ ਦੀ ਡਿਊਟੀ ਲੱਗੀ ਸੀ ਦਿੱਲੀ ਲਿਜਾਣ ਦੀ, ਕਿਉਂਕਿ ਉੱਪਰੋਂ ਫਰਮਾਨ ਆ ਗਿਆ ਸੀ ਵੀ ਅਬਦੁਲ ਸਮਦ ਖਾਂ ਪ੍ਰਸ਼ਾਸਨ ਨੂੰ ਸੰਭਾਲਣ ਲਈ, ਪ੍ਰਬੰਧ ਕਰਨ ਦੇ ਲਈ ਇੱਥੇ ਰਹੇ। ਜ਼ਕਰੀਆ ਖਾਨ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਦਿੱਲੀ ਜਾਵੇ। ਡਰ ਕਿੰਨਾ ਕੁ ਸੀ ਇਹ ਆਪਾਂ ਸਾਂਝ ਕਰਦੇ ਹਾਂ। ਜਦੋਂ ਜ਼ਕਰੀਆ ਖਾਨ ਲੈ ਕੇ ਤੁਰਨ ਦੀ ਗੱਲ ਕਰਨ ਲੱਗਿਆ, ਉਹਦੇ ਦਿਮਾਗ 'ਚ ਆਇਆ ਵੀ ਮੈਨੂੰ ਕੀ ਮਖੌਲਾ ਨਹੀਂ ਕਰਨਗੇ ਵੀ ਆਹ ਕਿੰਨੇ ਕੁ ਬੰਦੇ ਲੈ ਕੇ ਆ ਗਿਆ। ਬਸ ਫੇਰ ਕੀ ਸੀ, ਫੌਜਾਂ ਨੂੰ ਹੁਕਮ ਕਰਤਾ ਵੀ ਪਿੰਡਾਂ 'ਚ ਚੜ੍ਹ ਜਾਓ, ਜਿਹੜਾ ਨਾਨਕ ਨਾਮ ਲੇਵਾ ਮਿਲਦਾ, ਜਿਹੜਾ ਸਿੱਖ ਮਿਲਦਾ ਕਤਲ ਕਰ ਦਿਓ ਜਾਂ ਗ੍ਰਿਫਤਾਰ ਕਰ ਲਿਓ। ਹਾਹਾਕਾਰ ਮਚ ਗਈ, ਹਾਹਾਕਾਰ ਮਚ ਗਈ। ਸ਼ਿਕਾਰੀ ਕੁੱਤਿਆਂ ਵਾਂਗੂ ਫੌਜੀ ਤੁਰ ਪਏ, ਅਹਿਲਕਾਰ ਤੁਰ ਪਏ। ਜਿੱਥੇ ਕਿਤੇ ਕੋਈ ਸਿੱਖ ਮਿਲਿਆ ਗ੍ਰਿਫਤਾਰ ਕੀਤਾ। ਜਿਹਨੂੰ ਸਮੇਂ ਸਿਰ ਖਬਰ ਹੋ ਗਈ ਸਭ ਕੁਝ ਛੱਡ ਛਡਾ ਕੇ ਜੰਗਲਾਂ ਨੂੰ ਭੱਜ ਗਿਆ। ਜੇ ਕੋਈ ਰਾਹ 'ਚ ਪਤਾ ਲੱਗ ਗਿਆ ਉਹਨੇ ਤੇਗ ਚੱਕ ਲਈ, ਲੜ ਕੇ ਸ਼ਹੀਦ ਹੋ ਗਿਆ। ਕੋਹਰਾਮ ਮਚ ਗਿਆ, ਕੋਹਰਾਮ ਚਾਰੇ ਪਾਸੇ। ਇਹ ਸਭ ਤੋਂ ਵੱਡਾ ਕਤਲੇਆਮ ਸੀ ਸਿੱਖਾਂ ਦਾ ਜਿਹੜਾ ਸ਼ੁਰੂ ਹੋਇਆ। ਜ਼ਕਰੀਆ ਖਾਨ ਨੇ ਕਹਿੰਦਾ ਫੌਜਾਂ ਚਾੜੀਆਂ ਜ਼ਕਰੀਆ ਖਾਨ ਨੇ, ਤੁਰੀਆਂ ਖਾਲਸੇ ਦਾ ਕਰਨ ਸ਼ਿਕਾਰ। ਪਿੰਡਾਂ ਵਿੱਚ ਹੈ ਦੁਹਾਈ ਸਾਰੇ ਮੱਚ ਗਈ, ਪੈ ਗਈ ਘਰ ਘਰ ਹਾਲ ਪੁਕਾਰ। ਵੇਖ ਧਰਤੀ ਨੇ ਧਾਹਾਂ ਮਾਰੀਆਂ, ਕੀਤੇ ਜ਼ਾਲਮਾਂ ਜੋ ਅਤਿਆਚਾਰ। ਅੱਖਾਂ ਸਾਹਮਣੇ ਮਾਵਾਂ ਦੇ ਲਾਡਲੇ, ਬਿਨਾਂ ਕੀਤੇ ਤਕਸੀਰੋਂ ਗ੍ਰਿਫਤਾਰ। ਬਾਗਾਂ ਗੁੰਦੀਆਂ ਭੈਣਾਂ ਦੀਆਂ ਰਹਿ ਗਈਆਂ, ਵੀਰ ਘੋੜੀਆਂ ਤੋਂ ਲਏ ਨੇ ਉਤਾਰ। ਵਾਗਾਂ ਘੋੜੀ ਦੀਆਂ ਵਾਗਾਂ ਗੁੰਦਦੇ ਸੀ ਅੱਗੇ, ਚੂੜੇ ਵਾਲੀਆਂ ਦੁਹੱਥੜੀ ਪਿੱਟਦੀਆਂ। ਉੱਜੜ ਜਿਨ੍ਹਾਂ ਦਾ ਗਿਆ ਸੰਸਾਰ, ਕਈ ਸੱਜ ਮੁਕਲਾਈਆਂ ਰੋਂਦੀਆਂ। ਸਿਰੋਂ ਸ਼ਗਨਾਂ ਦੇ ਸ਼ਾਲੂ ਉਤਾਰ, 500-700 ਤਾਂ ਜਿਉਂਦੇ ਹੀ ਬੰਨ ਲਏ, ਬਾਕੀ ਕਤਲ ਕੀਤੇ ਬੇਸ਼ੁਮਾਰ। ਕਹਿਣਾ ਹੋਰ ਕੀ ਜ਼ੁਲਮ ਦਾ ਉਸ ਵੇਲੇ, ਬੇਨਿਆਈ ਜਦੋਂ ਹੋ ਜੇ ਸਰਕਾਰ। ਇਹ ਜ਼ੁਲਮ ਪਿੰਡਾਂ ਦੇ ਵਿੱਚ ਫੌਜਾਂ ਗਸ਼ਤੀ ਫੌਜਾਂ ਚਾੜਦੀਆਂ। ਜਿੱਥੇ ਨਾਨਕ ਨਾਮ ਲੇਵਾ ਮਿਲਿਆ ਖਤਮ। ਬੀਬੀਆਂ ਵੀ, ਬੱਚੇ ਵੀ, ਨੌਜਵਾਨ ਵੀ, ਬਜ਼ੁਰਗ ਵੀ। ਤੁਹਾਨੂੰ ਦੱਸ ਦੇਵਾਂ 700 ਗੱਡੇ, 700 ਗੱਡੇ ਸਿਰਫ ਸਿਰਾਂ ਦੇ ਭਰੇ, ਸਿੰਘਾਂ ਦੇ ਸਿਰਾਂ ਦੇ ਕੱਟ ਕੇ 700 ਗੱਡੇ ਭਰ ਲਏ। ਬੱਚੀਆਂ ਨੂੰ ਵੀ ਗ੍ਰਿਫਤਾਰ ਕੀਤਾ, ਕਤਲ ਕੀਤਾ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਸ ਵੇਲੇ ਜੰਗ ਦੇ ਵਿੱਚ ਸਾਰੇ ਦੇ ਸਾਰੇ ਸ਼ਾਮਲ ਹੁੰਦੇ ਸੀ, ਹਥਿਆਰਬੰਦ ਸੀ। ਤੇ ਦੂਜਾ ਇਹ ਵੀ ਜਿਹੜੀਆਂ ਨਹੀਂ ਵੀ ਬੀਬੀਆਂ ਲੜੀਆਂ ਉਹਨਾਂ ਨੂੰ ਵੀ ਕਤਲ ਕੀਤਾ ਗਿਆ, ਸਿਰ ਕੱਟੇ ਗਏ। ਉਹਨਾਂ ਦੇ ਖੁੱਲ੍ਹੇ ਵਾਲ, ਨੇਜਿਆਂ ਤੇ ਸਿਰ ਟੰਗੇ ਹੋਏ ਖੁੱਲ੍ਹੇ ਵਾਲ ਹਵਾ 'ਚ ਲਹਿਰਾ ਰਹੇ ਸੀ। ਤੇ ਇਹ ਦੱਸਿਆ ਜਾਂਦਾ ਸੀ ਬਹੁਤਾ, ਕਿਉਂਕਿ ਸ਼ਰਮ ਆਉਂਦੀ ਸੀ ਕਿਸੇ ਔਰਤਾਂ ਨੂੰ ਵੀ ਮਾਰਿਆ, ਇਹ ਦੱਸਣ ਲਈ ਕਿ ਇਹ ਹੈਗੇ ਤਾਂ ਸਿੱਖ ਜੀ, ਅਣਦਾੜੀਏ ਸਿੱਖ ਨੇ, ਹਲੇ ਦਾੜੀ ਨਹੀਂ ਆਈ ਸੀ। ਕਈਆਂ ਦੇ ਦਸਤਾਰਾਂ ਵੀ ਸਜਾਈਆਂ ਹੋਈਆਂ, ਕਈਆਂ ਦੇ ਖੁੱਲ੍ਹੇ ਵਾਲ, ਉਹ ਸਿਰ ਨੇਜਿਆਂ ਤੇ ਟੰਗੇ ਹੋਏ ਨੇ। ਬਾਲ ਬੱਚਾ ਕੋਈ ਨਹੀਂ ਛੱਡਿਆ। ਪਿੰਡਾਂ ਦੇ ਵਿੱਚ ਤੁਹਾਨੂੰ ਦੱਸਿਆ ਤਰਾ ਹੋ ਉੱਠੀ ਜੰਗਲਾਂ ਨੂੰ। ਸਿੰਘਾਂ ਦਾ ਇਹ ਪਹਿਲਾ ਵੱਡਾ ਪ੍ਰਵਾਸ ਸੀ ਜਿਹੜਾ ਜੰਗਲਾਂ ਨੂੰ ਸਿੰਘਾਂ ਨੇ ਕੀਤਾ। ਜਿਹੜਾ ਬਚਿਆ, ਜਿਹਨੂੰ ਮੌਕੇ ਤੇ ਖਬਰ ਮਿਲ ਗਈ, ਉਹ ਜੰਗਲਾਂ ਨੂੰ ਭੱਜ ਗਿਆ, ਬੀਕਾਨੇਰ ਨੂੰ ਤੁਰ ਗਿਆ। ਇੱਥੋਂ ਤੱਕ ਹੁਣ 2-2 ਸਿੰਘ ਕਰਕੇ ਇਹਨਾਂ ਨੂੰ ਲਿਜਾਇਆ ਕਿਵੇਂ ਗਿਆ। ਬੰਦਾ ਸਿੰਘ ਬਹਾਦਰ ਦੀ ਦਹਿਸ਼ਤ ਇੰਨੀ ਸੀ, ਉਹਦੇ ਗਲ 'ਚ ਤੌਕ ਪਾਇਆ ਹੋਇਆ, ਲੱਕ ਨਾਲ ਸੰਗਲ, ਪੈਰਾਂ 'ਚ ਬੇੜੀਆਂ, ਹੱਥਾਂ 'ਚ ਹੱਥਕੜੀਆਂ। ਸੰਗਲ ਦੇ 2 ਸਿਰੇ 2 ਵੱਡੇ
ਪੁਲਿਸ ਆਫੀਸਰਾਂ ਨਾਲ ਉਸ ਵੇਲੇ ਦੇ ਨਾਲ ਬੰਨੇ ਹੋਏ, ਔਰ ਉਹ ਇਹ ਕਹਿ ਰਹੇ ਸੀ ਕਿ ਸਾਨੂੰ ਨਾਲ ਬੰਨ ਦਿਓ, ਇਹ ਜਾਦੂਗਰ ਹੈ, ਇਹ ਉੱਡੂਗਾ, ਜੇ ਉੱਡਣ ਲੱਗੂਗਾ ਅਸੀਂ ਛੁਰਾ ਮਾਰ ਕੇ ਮਾਰ ਦਾਂਗੇ ਇਹਦੇ। ਹਾਲੇ ਵੀ ਪਿੰਜਰੇ 'ਚ ਪਏ ਹੋਏ ਸ਼ੇਰ, ਹਾਂ ਪਿੰਜਰੇ ਦੇ ਵਿੱਚ ਹੈ, ਉਹ ਪਿੰਜਰੇ ਤੋਂ ਬਾਹਰ ਖੜੇ ਨੇ, ਨਾਲ ਸੰਗਲਾਂ ਦੇ ਉਹਦੇ ਲਾਏ ਹੋਏ ਨੇ। ਕਮਾਲ ਦੀ ਗੱਲ ਹੈ, ਹਾਲੇ ਵੀ ਦਹਿਸ਼ਤ ਅੰਦਰੋਂ ਨਹੀਂ ਜਾ ਰਹੀ ਵੀ ਕੀ ਪਤਾ ਇਹ ਕੀ ਕਰ ਦੇਵੇ, ਇੰਨੀ ਕੁ ਦਹਿਸ਼ਤ ਫੈਲੀ ਹੋਈ ਸੀ। ਤੇ ਇਸ ਕਾਫਲੇ ਨੂੰ ਦੋ ਦੋ ਕਰਕੇ ਸਿੰਘ ਊਠਾਂ ਤੇ ਬੰਨੇ ਹੋਏ ਨੇ। ਊਠ ਦੇ ਉੱਤੇ ਇੱਕ ਦਾ ਮੂੰਹ ਅੱਗੇ ਨੂੰ ਤੇ ਇੱਕ ਦਾ ਮੂੰਹ ਪਿੱਛੋਂ ਨੂੰ, ਦੋਨਾਂ ਦੀਆਂ ਕੰਡ ਪਿੱਠਾਂ ਆਪਸ 'ਚ ਜੋੜੀਆਂ ਹੋਈਆਂ ਨੇ, ਤੇ ਵਿਚਕਾਰ ਦੋਨਾਂ ਦੇ ਇੱਕ ਲੱਕੜ ਦੀ ਫੱਟੀ ਕਹਿ ਲਓ, ਲੱਕੜ ਦਾ ਵੱਡਾ ਕੋਈ ਕਟਿੰਗ ਲਾ ਲਓ, ਢਾਂਚਾ ਲਾ ਲਓ, ਜਿਵੇਂ ਈਸਾ ਨੂੰ ਸੂਲੀ ਤੇ ਚਾੜਨ ਵੇਲੇ ਕੀਤਾ ਜਾਂਦਾ, ਉੱਦਾਂ ਦੀ ਲੱਕੜ ਵਿਚਾਲੇ ਪਾ ਕੇ ਦੋਨਾਂ ਦੇ ਹੱਥ ਅਗਲੇ ਦਾ ਤੇ ਪਿਛਲੇ ਦਾ ਵਿਚਕਾਰ ਲੱਕੜ ਨਾਲ ਬੰਨੇ ਹੋਏ ਨੇ। ਇੱਕ ਦਾ ਮੂੰਹ ਊਠ ਦੇ ਅੱਗੇ ਹੈ ਤੇ ਇੱਕ ਦਾ ਪਿੱਛੇ ਨੂੰ ਹੈ। ਤੁਹਾਨੂੰ ਇੱਕ ਇਹ ਵੀ ਦੱਸ ਦੇਵਾਂ, ਊਠ ਤੇ ਜਾਣੀ ਕਿ ਬੋਤਾ, ਜਿਹਨੂੰ ਆਪਾਂ ਪੰਜਾਬੀ 'ਚ ਤਾਂ ਬੋਤਾ ਹੈ, ਪਰ ਸਾਨੂੰ ਕਿਤਾਬਾਂ ਨੇ ਊਠ ਵਾਲੇ ਪਾਸੇ ਲਾਤਾ, ਸਾਡੇ ਆਮ ਹੀ ਹੁਣ ਜਿਹਨ 'ਚ ਊਠ ਚੜ੍ਹ ਗਿਆ, ਪਰ ਬੋਤਾ ਹੈ ਅਸਲ ਪੰਜਾਬੀ ਬੋਲੀ 'ਚ। ਬੋਤਾ ਆਮ ਤੌਰ ਤੇ ਉਹਦੇ ਉੱਤੇ ਜੇ ਕਾਠੀ ਵੀ ਪਾਈ ਹੋਵੇ ਤਾਂ ਵੀ ਬਹਿਣਾ ਔਖਾ ਹੈ। ਇਹਨੂੰ ਬਿਨਾਂ ਕੋਈ ਕੱਪੜਾ ਵਿਛਾਏ ਬੋਤੇ ਦੇ ਉੱਤੇ ਉੱਪਰ ਬਿਠਾਇਆ ਗਿਆ। ਇਹ ਤਾਂ ਕਿਉਂਕਿ ਬੋਤੇ ਦੀ ਜਿਹੜੀ ਕੰਡ ਹੈ, ਬੋਤੇ ਦੀ ਜਿਹੜੀ ਪਿੱਠ ਹੈ, ਉਹ ਬੜੀ ਖਤਰਨਾਕ ਢੰਗ ਦੀ ਪਰਮਾਤਮਾ ਨੇ ਬਣਾਈ ਹੈ। ਉਹ ਪਿੱਠ ਨੂੰ, ਜਿੱਦਾਂ ਆਪਾਂ ਬੈਠੇ ਹਾਂ, ਉਹ ਮਾਸ ਨੂੰ ਵੀ ਵੱਢ ਦਿੰਦੀ ਹੈ ਜੇ ਉੱਤੇ ਉਹਦੇ ਸਵਾਰੀ ਕਰੋ। ਤੇ ਇਹ ਯੋਧਿਆਂ ਨੂੰ ਇਉਂ ਬਿਠਾਇਆ ਗਿਆ, ਤੁਸੀਂ ਅੰਦਾਜ਼ਾ ਲਾ ਲਿਓ ਕਿ ਉਹਨਾਂ ਦੇ ਸਰੀਰ ਦਾ ਹਾਲ ਕੀ ਹੋਇਆ ਹੋਣਾ। ਤਪੜ ਤਪੜ ਖੂਨ ਚੋਂਦਾ ਜਾਂਦਾ ਸੀ ਉਹਨਾਂ ਦੇ ਸਰੀਰਾਂ 'ਚੋਂ। ਤੇ ਆਹ ਵਿਦਵਾਨ ਨਾਲ ਨੇ, ਉਹ ਕਹਿੰਦਾ ਕੋਈ ਬੰਦਾ ਇਹੋ ਜਿਹਾ ਨਹੀਂ ਸੀ ਜਿਹੜਾ ਇਸ ਜਲੂਸ ਨੂੰ ਦੇਖਣ ਨਾ ਆਇਆ ਹੋਵੇ, ਨਾ ਦਿੱਲੀ 'ਚ ਤੇ ਨਾ ਰਾਹ 'ਚ। ਲੋਕ ਸੜਕਾਂ ਤੇ ਖੜੇ ਪੱਥਰ ਮਾਰਦੇ, ਇਹਨਾਂ ਮਰਦੂਦਾਂ ਦੇ, ਇਹਨਾਂ ਕਾਫਰਾਂ ਨੂੰ ਪੱਥਰ ਮਾਰਦੇ, ਗਾਲਾਂ ਕੱਢਦੇ, ਇਹਨਾਂ ਦੀ ਦੁਰਦਸ਼ਾ ਤੇ ਹੱਸਦੇ। ਪਰ ਕਹਿੰਦਾ ਇਹ ਕਾਫਰ ਵੀ ਬੜੇ ਖੁਸ਼ ਦਿਖਦੇ ਤੇ, ਇਹਨਾਂ ਦੇ ਚਿਹਰੇ ਤੇ ਕੋਈ ਡਰ ਮਲਾਲ ਨਹੀਂ ਸੀ। ਸਰੀਰ ਭਾਵੇਂ ਨਿਢਾਲ ਹੋ ਚੁੱਕੇ ਤੇ ਪਰ ਚੜ੍ਹਦੀ ਕਲਾ 'ਚ, ਔਰ ਕਹਿੰਦਾ ਆਪਣੇ ਗੁਰੂ ਦੀ ਇਹ ਬਾਣੀ ਪੜ੍ਹਦੇ ਜਾ ਰਹੇ ਤੇ। ਜੇ ਕੋਈ ਰਸਤੇ 'ਚ ਪੁੱਛਦਾ ਵੀ ਕਿਉਂ, ਕਿਵੇਂ ਹੋ ਹੁਣ, ਲੱਗਦਾ ਪਤਾ, ਕਹਿੰਦਾ ਅੱਗੋਂ ਹੱਸ ਕੇ ਕਹਿੰਦੇ ਖੇਡਾਂ ਨੇ ਕਿਸਮਤ ਦੀਆਂ, ਮੱਥੇ ਤੇ ਹੱਥ ਮਾਰ ਕੇ ਦੱਸ ਦਿੰਦੇ ਵੀ ਕਿਸਮਤ ਹੈ, ਕੋਈ ਗੱਲ ਨਹੀਂ। ਕਹਿੰਦਾ ਇਹ ਮਰਦੂਦ ਬੜੇ ਖੁਸ਼ ਦਿੰਦੇ ਸੀ, ਡਰ ਪਿਆ ਇਹਨਾਂ ਦੇ ਨੇੜੇ ਨਹੀਂ ਸੀ। ਇਹ ਸਿੱਖ ਇਤਿਹਾਸਕਾਰ ਨੇ ਲਿਖ ਰਹੇ, ਉਹਨਾਂ ਦੇ ਆਪ ਦੇ ਲਿਖ ਰਹੇ ਨੇ, ਕਿਉਂਕਿ ਸਿੱਖਾਂ ਤੇ ਤਾਂ ਫੇਰ ਵੀ ਸ਼ੱਕ ਕਰਦਾ, ਕਿਉਂਕਿ ਸਾਡੀ ਕੌਮ ਨੂੰ ਸ਼ੱਕ ਕਰਨ ਦੀ ਵੀ ਬਹੁਤ ਆਦਤ ਹੈ। ਐਂ ਕਿਵੇਂ ਹੋ ਸਕਦਾ ਜੀ, ਇੱਦਾਂ ਕਿੱਦਾਂ ਹੋ ਸਕਦਾ, ਦੁੱਖ ਦੇ ਵਿੱਚ ਬੰਦਾ ਸੁੱਖ ਕਿਵੇਂ ਮਨਾ ਸਕਦਾ। ਜੇ ਉਸ ਵੇਲੇ ਸੋਸ਼ਲ ਮੀਡੀਆ ਹੁੰਦਾ ਸ਼ਾਇਦ ਅਸੀਂ ਸੱਚ ਮੰਨ ਲਾਂਦੇ, ਪਰ ਮੈਨੂੰ ਲੱਗਦਾ ਫੇਰ ਵੀ ਨਹੀਂ ਮੰਨਣਾ ਸੀ ਅਸੀਂ ਨੇ। ਐਦਾਂ ਇੰਨਾ ਦੁੱਖ ਕਿਵੇਂ ਕੱਟ ਜੂ। ਕਹਿੰਦਾ ਪਹੁੰਚੇ ਦਿੱਲੀ ਵਿੱਚ ਜਾਂ ਕਲਗੀਧਰ ਜਾਏ, ਪੈਰਾਂ ਅੰਦਰ ਬੇੜੀਆਂ ਗਲ ਤੌਕ ਸਜਾਏ, ਜਿਨ੍ਹਾਂ ਅੰਦਰ ਜੰਗ ਦੇ ਸੀ ਕੱਲ ਖਾਨ ਨਵਾਏ, ਅੱਜ ਉਹ ਭੁੱਖੇ ਸ਼ੇਰ ਨੇ ਫੜ ਪਿੰਜਰੇ ਪਾਏ। ਨਾ ਸੁਣ ਕੇ ਜਿਸ ਬਲੀ ਦਾ ਸੀ ਸ਼ਾਹ ਘਬਰਾਏ, ਵੇਖਣ ਉਸ ਜਵਾਨ ਨੂੰ ਸਭ ਲੋਕੀ ਆਏ। ਜਿਹਦੇ ਨਾਂ ਤੋਂ ਸੁਣ ਸੁਣ ਕੇ ਦਿੱਲੀ ਕੰਬਦੀ ਸੀ, ਸਾਰੀ ਦਿੱਲੀ ਉਮੜ ਕੇ ਪੈ ਗਈ ਵੀ ਦੇਖ ਤਾਂ ਲਈਏ ਉਹ ਬਲਾ ਕੀ ਹੈ, ਉਹ ਹੈ ਕੀ ਹੈ। ਤੂੰ ਦਿੱਲੀ 'ਚ ਪਹੁੰਚਿਆ ਸੂਰਮਾ। ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਕੀਤਾ ਗਿਆ, ਅਲੱਗ-ਅਲੱਗ ਥਾਂ ਦੇ ਉੱਤੇ ਸਰਬਰਾ ਕੋਤਵਾਲ ਦੇ ਹਵਾਲੇ ਕੀਤੇ। ਟੋਟਲ ਫੇਰ ਵੀ ਕੁਛ ਅੰਦਰੋਂ ਫੜੇ ਗਏ ਨੇ ਤੇ ਕੁਛ ਬਾਹਰ। ਸਿਰਫ 740 ਜਿਉਂਦੇ ਗ੍ਰਿਫਤਾਰ ਹੋਏ ਨੇ। 3000 ਸਿੱਖਾਂ ਦਾ ਸਿਰ ਕੱਟ ਕੇ ਨੇਜਿਆਂ ਦੇ ਉੱਤੇ ਇਸ ਜਲੂਸ ਦੇ ਅੱਗੇ ਅੱਗੇ ਬਾਜਾ ਵੱਜਦਾ ਹੁੰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਬੇਇੱਜ਼ਤ ਕਰਨ ਦੇ ਲਈ ਲਾਲ ਪੋਸ਼ਾਕ ਪਾਈ, ਉਹਨਾਂ ਦੇ ਸਿਰ ਤੇ ਤਿੱਲੇ ਨਾਲ ਜੜੀ ਹੋਈ ਟੋਪੀ ਨੁਮਾ ਪੱਗ ਪਾਈ। ਇਹ ਇੱਕ ਇਨਸਲਟ ਕਰਨ ਦੇ ਲਈ ਸੀ। ਪਿੰਜਰੇ 'ਚ ਉਹ ਕੈਦ ਹੈ। ਇੱਕ ਬਿੱਲੀ ਵੀ ਮਾਰ ਕੇ ਬਾਂਸ ਤੇ ਟੰਗੀ ਹੋਈ ਹੈ ਫੌਜੀਆਂ ਨੇ, ਇਹ ਸਾਬਤ ਕਰਨ ਦੇ ਲਈ ਕਿ ਅਸੀਂ ਕੋਈ ਜਾਨਵਰ ਤੱਕ ਨਹੀਂ ਛੱਡਿਆ ਜਿਹੜਾ ਸਿੱਖਾਂ ਦੇ ਨਾਲ ਤੇ ਬਿੱਲੀਆਂ ਤੱਕ ਭਾਵ ਨਬੂਦ ਮਾਰੀ, ਅਸੀਂ ਸਮੁੱਚੋਂ ਕੌਮ ਖਤਮ ਕਰਤੀ। ਇਹ ਪ੍ਰਗਟ ਕਰਨ ਦੇ ਲਈ ਇੱਕ ਬਿੱਲੀ ਨੂੰ ਵੀ ਨਾਲ ਰੱਖਿਆ ਗਿਆ। 700 ਗੱਡਾ ਸਿਰਾਂ ਦਾ ਭਰ ਕੇ ਆਇਆ।
ਬਾਬਾ ਬਾਜ ਸਿੰਘ ਵਰਗੇ ਯੋਧੇ ਆਏ ਨੇ। ਸੋ ਇਹਨਾਂ ਨੂੰ ਦਿੱਲੀ ਦੇ ਵਿੱਚ ਕੈਦ ਕੀਤਾ, ਤਕਰੀਬਨ 3 ਮਹੀਨੇ ਟੌਰਚਰ ਕੀਤਾ ਇਹਨਾਂ ਨੂੰ। 3 ਮਹੀਨੇ ਬੁਰੀ ਤਰ੍ਹਾਂ ਤਸ਼ੱਦਦ ਢਾਹੇ ਗਏ ਇਹਨਾਂ ਤੇ ਕਿ ਦੱਸੋ ਖਜ਼ਾਨਾ ਕਿੱਥੇ ਹੈ, ਕਿਹਦੇ ਸਿਰ ਤੇ ਲੜਦੇ ਰਹੋ? ਜੇ ਖਜ਼ਾਨਾ ਹੁੰਦਾ, ਜੇ ਹਥਿਆਰ ਹੁੰਦੇ, ਤੁਹਾਡੇ ਹੱਥ ਆ ਜਾਂਦੇ। ਪਰ ਖਿੜੇ ਮੱਥੇ ਸਹਿੰਦੇ ਗਏ। ਇੱਥੇ ਕਈ ਘਟਨਾਵਾਂ ਘਟੀਆਂ ਨੇ। ਸਮਾਂ ਲਗਭਗ ਨੇੜੇ ਲੱਗ ਗਿਆ, ਪਰ ਕੁਝ ਘਟਨਾਵਾਂ ਆਪਾਂ ਸਾਂਝੀਆਂ ਕਰ ਲੈਂਦੇ ਹਾਂ। ਦਿੱਲੀ ਵਿੱਚ ਕੈਦ ਹੋਏ ਸਿੱਖਾਂ 'ਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ ਨੇ, ਕਿਉਂਕਿ ਸਰਬਰਾਹ ਨੂੰ ਹੁਕਮ ਦੇ ਦਿੱਤਾ ਬਾਦਸ਼ਾਹ ਨੇ ਕਿ ਹਰ ਰੋਜ਼ 100 ਬੰਦਾ ਕਤਲ ਕੀਤਾ ਜਾਵੇ, ਔਰ ਨਾਲ ਉਹਨਾਂ ਨੂੰ ਅੱਗੇ ਇੱਕ ਸ਼ਰਤ ਵੀ ਰੱਖੀ ਜਾਵੇ, ਜੇ ਧਰਮ ਛੱਡ ਦੂੰ, ਇਸਲਾਮ ਕਬੂਲ ਨੂੰ, ਤਾਂ ਜ਼ਿੰਦਗੀ ਵੀ ਮਿਲੂਗੀ ਔਰ ਚੰਗੀ ਤੁਹਾਨੂੰ ਗੁਜ਼ਾਰੇ ਜੋਗਾ ਪੈਸਾ ਟਕਾ ਰੁਤਬੇ ਵੀ ਮਿਲਣਗੇ। 740 ਅੱਗੇ ਫਰਮਾਨ ਸੀ। ਕਹਿੰਦਾ ਦਿੱਲੀ ਵਿੱਚ ਸਿਰ ਕੱਢ ਮੈਂ ਮੁਗਲਾਂ ਦਾ ਦਰਬਾਰ, ਸੁੱਤਿਆਂ ਨੀਂਦਰ ਸ਼ਾਹ ਦੀ ਉਚਟ ਜਾਏ ਸ਼ੌਬਾਰ। ਇਹੋ ਜਿਹਾ ਕੋਈ ਖੌਫ ਸੀ ਉਹਦੇ ਦਿਲ ਵਿੱਚ ਆਕਾਰ। ਕਹਿੰਦਾ 5 ਪਾਣੀਆਂ ਦੀ ਧਰਤ ਤੇ ਰਤਨ ਦੀਆਂ ਨਦੀਆਂ ਵਹਿਣ। ਇਹ ਰਵਿੰਦਰ ਨਾਥ ਟੈਗੋਰ ਦੀ ਰਚਨਾ, ਜਿਸ 'ਚੋਂ ਮੈਂ ਕੁਝ ਕੁ ਚੀਜ਼ਾਂ ਪਹਿਲਾਂ ਸਾਂਝੀਆਂ ਕਰੀਆਂ ਸੀ, ਉਹਦੀਆਂ ਪੜ੍ਹ ਰਿਹਾ। 5 ਪਾਣੀਆਂ ਦੀ ਧਰਤ ਤੇ ਰਤ ਦੀਆਂ ਨਦੀਆਂ ਵਹਿਣ, ਕਿਸੇ ਸੁੱਚੇ ਆਦਰਸ਼ ਲਈ ਸਿੱਖ ਤਸੀਹੇ ਸਹਿਣ। ਜੁੱਸੇ ਲੱਬੜੇ ਲਿਬੜੇ ਲਹੂ ਵਿੱਚ ਭਾਣੇ ਅੰਦਰ ਰਹਿਣ, ਸਿਦਕਵਾਨ ਮਰਜੀ ਬੜੇ ਸ਼ੁਕਰ ਸ਼ੁਕਰ ਪਏ ਕਹਿਣ। ਕਹਿੰਦਾ ਰਣ ਵਿੱਚ ਕੁੱਦ ਪਏ ਸੂਰਮੇ, ਹੱਥ ਪੜਬੀ ਮਾਰ। ਫੜ ਲੈ ਬੈਰੀ ਗਿੱਚਿਓ ਪਹਿਲੀ ਝੁੱਟੀ ਮਾਰ। ਜ਼ਹਿਰੀ ਸੱਪ ਤੇ ਝਪਟਦਾ ਜਾਕੂ ਬਾਜ ਉਡਾਰ। ਪੰਜਿਆਂ ਵਿੱਚ ਨਪੀੜ ਕੇ ਫਿਰ ਪਟ ਕੇ ਮੂੰਹ ਦੇ ਪਾਰ। ਅਣਗਿਣਤੀ ਜੀ ਫੌਜ ਸੀ। ਟੈਗੋਰ ਜੀ ਬੋਲ ਰਹੇ ਨੇ। ਕਹਿੰਦੇ ਟੈਗੋਰ, ਮੈਂ ਦੱਸ ਜਾਵਾਂ, ਹਿੰਦੁਸਤਾਨ ਦਾ ਰਾਸ਼ਟਰੀ ਕਵੀ ਹੈ, ਜਿਹਨੇ ਜਨ ਗਣ ਮਨ ਲਿਖੀ ਹੈ। ਉਹਦੀ ਕਵਿਤਾ ਇਹ। ਕਹਿੰਦਾ ਅਣਗਿਣਤੀ ਜੀ ਫੌਜ ਸੀ, ਗਿਣਤੀ ਦੇ ਕੁਝ ਸਿੱਖ। ਘੇਰੇ ਅੰਦਰ ਕਰਕੇ ਕਰ ਲਏ ਕੈਦੀ ਵਿੱਚ। ਕਹਿੰਦਾ ਹੁਣ ਰਣ ਵਿੱਚ ਕੁੱਦ ਪਿਆ ਬੰਦਾ ਸਿੰਘ, ਰਣ ਵਿੱਚ ਕੁੱਦ ਪਿਆ ਸੂਰਮਾ, ਹੱਥ ਪੜੱਬੀ ਮਾਰ। ਬੰਦਾ ਸਿੰਘ ਕਹਿੰਦਾ ਮੈਦਾਨ ਵਿੱਚ ਆ ਗਿਆ। ਫਿਰ ਉਹਨੂੰ ਉਹਦਾ ਪੂਰੀ ਪ੍ਰੋਪਰ ਪੈਰਾ ਭੁੱਲ ਗਿਆ ਕਿ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ ਹੋਣੀ ਹੱਥ ਆ ਗਿਆ ਬੰਦਾ ਸਿੰਘ ਦਲੇਰ। ਇਹ ਆਪਾਂ ਅੱਗੇ ਸਾਂਝ ਕਰਾਂਗੇ। ਇੱਥੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਕਾਫੀ ਵੱਡੀ ਕਵਿਤਾ ਹੈ, ਬਹੁਤ ਲੰਬੀ ਔਰ ਕਮਾਲ ਦੀ ਹੈ। ਅਤੇ ਰਵਿੰਦਰ ਨਾਥ ਟੈਗੋਰ ਬਾਰੇ ਮੈਂ ਇੱਕ ਹੋਰ ਵੀ ਗੱਲ ਕਰ ਦੇਵਾਂ, ਕਿਉਂਕਿ ਉਹਨਾਂ ਦੀ ਗੱਲ ਚੱਲੀ ਹੈ। ਰਵਿੰਦਰ ਨਾਥ ਟੈਗੋਰ ਰਾਸ਼ਟਰੀ ਕਵੀ, ਜਿਹਨੂੰ ਹਿੰਦੁਸਤਾਨ ਦਾ ਕਵੀ ਕਿਹਾ ਜਾਂਦਾ ਹੈ। ਉਹਨੂੰ ਜਦੋਂ ਸਵਾਲ ਕੀਤਾ ਸੀ ਕਿਸੇ ਵਿਦਵਾਨ ਨੇ ਕਿ ਜੇ ਤੁਸੀਂ ਇਹ ਕੌਮ ਦਾ ਤਰਾਨਾ, ਕੌਮੀ ਤਰਾਨਾ ਤਾਂ ਲਿਖਿਆ ਹਿੰਦੁਸਤਾਨ ਦਾ, ਜੇ ਤੁਹਾਨੂੰ ਦੁਨੀਆ ਦਾ ਕੌਮੀ ਤਰਾਨਾ ਲਿਖਣ ਨੂੰ ਕਿਹਾ ਜਾਵੇ, ਲਿਖ ਦੋਗੇ? ਕਹਿੰਦਾ ਲੋੜ ਹੀ ਨਹੀਂ ਮੈਨੂੰ ਲਿਖਣ ਦੀ। ਹਿੰਦੁਸਤਾਨ ਦਾ ਕੌਮੀ ਤਰਾਨਾ ਜੇ ਤੁਹਾਨੂੰ ਲਿਖਿਆ ਤੁਸੀਂ, ਜੇ ਦੁਨੀਆ ਦਾ ਕੌਮੀ ਤਰਾਨਾ ਲਿਖਣ ਨੂੰ ਕਿਹਾ ਜਾਵੇ, ਲਿਖ ਦੋਗੇ? ਕਹਿੰਦਾ ਮੈਨੂੰ ਲੋੜ ਨਹੀਂ। ਕਹਿੰਦੇ ਕਿਉਂ? ਕਹਿੰਦਾ ਲਿਖਿਆ ਪਿਆ। ਕਹਿੰਦੀ ਕਿੱਥੇ? ਤੁਸੀਂ ਲਿਖਿਆ ਹੋਇਆ? ਕਹਿੰਦਾ ਮੈਂ ਕੌਣ ਆ ਲਿਖਣ ਵਾਲਾ? ਉਹ ਗੁਰੂ ਨਾਨਕ ਸਾਹਿਬ ਨੇ ਲਿਖਿਆ ਪਿਆ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ਸਾਨੂੰ ਨਹੀਂ ਪਰ ਇਹਨਾਂ ਚੀਜ਼ਾਂ ਦਾ ਪਤਾ। ਆਪਾਂ ਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਬਾਰੇ ਵੀ ਸਾਡੇ ਕੋਲੇ ਕਿੱਡਾ ਕੁ ਖਜ਼ਾਨਾ ਹੈ। ਉਹਨਾਂ ਨੂੰ ਪਤਾ ਹੈ ਜਿਹੜੇ ਸਮਝਦੇ ਨੇ ਇਸ ਚੀਜ਼ ਨੂੰ। ਖੈਰ, ਆਪਾਂ ਅੱਗੇ ਸਾਂਝ ਕਰਦੇ ਹਾਂ ਇਸ ਚੀਜ਼ ਦੀ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਹੁਣ ਜਦੋਂ ਉਹ ਗ੍ਰਿਫਤਾਰ ਕਰ ਲਏ ਗਏ, ਉਹਨਾਂ ਨੂੰ ਕੈਦ ਕੀਤਾ। ਸਰਬਰਾਹ ਨੂੰ ਹੁਕਮ ਕਰ ਦਿੱਤਾ ਕਿ ਰੋਜ਼ 100 ਨੂੰ ਕਤਲ ਕਰਨਾ ਹੈ। ਬਖਤਿਆਰ ਕਾਕੀ ਦੀ ਸਮਾਧ ਦੇ ਕੋਲੇ, ਤੇ ਸਵਾਲ ਇੱਕੋ ਕਰਨਾ ਹੈ, ਇਸਲਾਮ ਜਾਂ ਮੌਤ। ਫਿਰ ਟੈਗੋਰ ਲਿਖਦਾ, ਕਹਿੰਦਾ ਚੱਲ ਪਿਆ ਚੱਕਰ ਮੌਤ ਦਾ, ਕਾਤਲ ਕਰਦਾ ਵਾਰ, ਇੱਕ ਜਕਾਰਾ ਗੂੰਜਦਾ ਜਦ ਚੱਲਦੀ ਤਲਵਾਰ। ਸਿੱਖ ਕਟੀਂਦੇ ਜਾ ਰਹੇ ਵੱਧਦੇ ਵਾਰੋ ਵਾਰ। 7 ਦਿਨਾਂ ਦੀ ਖੇਡ ਸੀ, 700 ਹੀ ਸਰਦਾਰ। ਸਿਰਫ 7 ਦਿਨਾਂ ਦੀ ਖੇਡ ਸੀ, ਪਰ ਇਹ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਘਟੀਆਂ ਨੇ, ਦਿਲ ਕੰਬ ਜਾਂਦਾ ਹੈ, ਹੈਰਾਨੀ ਹੁੰਦੀ ਹੈ। ਇਹ ਘਟਨਾਵਾਂ ਈਸਟ ਇੰਡੀਆ ਕੰਪਨੀ ਦਾ ਨੁਮਾਇੰਦਾ ਉੱਥੇ ਖੜੇ ਨੇ, ਜਿਨ੍ਹਾਂ ਨੇ ਅੱਖੀਂ ਡਿੱਠੀਆਂ ਨੇ ਔਰ ਲੈਟਰ ਲਿਖ ਕੇ ਭੇਜੇ ਨੇ ਆਪਣੀ ਆਫਿਸਰਸ ਨੂੰ ਵੀ ਆਹ ਕੁਛ ਅਸੀਂ ਅੱਖੀਂ ਦੇਖਿਆ। ਆਹ ਕੋਈ ਸਿੱਖ ਨੇ ਜਿਹੜੇ ਆਹ ਗੁਰੂ ਨੂੰ ਕੋਈ ਮੰਨਦੇ ਨੇ, ਉਹਨਾਂ ਦੇ ਵਿੱਚ ਅਸੀਂ ਦੇਖਿਆ ਵੀ ਤਕਰਾਰ। ਇੱਕ ਦਿਨ ਖਾਫੀ ਖਾਨ ਇਬਰਤਨਾਮਾ ਦਾ ਕਰਤਾ ਮੁਹੰਮਦ ਹਾਰਿਸੀ,
ਮੁਹੰਮਦ ਹਰੀਸੀ ਲਿਖਦਾ, ਕਹਿੰਦਾ ਮੈਂ ਇੱਕ ਦਿਨ ਤਮਾਸ਼ਾ ਮੌਤ ਦੇਖਣ ਗਿਆ, ਸਿੱਖਾਂ ਦੀ ਮੌਤ ਨੂੰ ਤਮਾਸ਼ਾ ਦੱਸਦਾ। ਵੈਸੇ ਕਮਾਲ ਦੀ ਗੱਲ ਹੈ, ਤਮਾਸ਼ਾ ਸਿੱਖ ਵੀ ਮੌਤ ਨੂੰ ਮੰਨਦੇ ਸੀ। ਜੇ ਉਹ ਤਮਾਸ਼ਾ ਨਾ ਮੰਨਦੇ, ਜੇ ਮੌਤ ਨੂੰ ਮੌਤ ਹੀ ਮੰਨਦੇ, ਕੀ ਇੰਨੀਆਂ ਕੁਰਬਾਨੀਆਂ ਕਰ ਜਾਂਦੇ? ਉਹ ਵੀ ਤਮਾਸ਼ਾ ਹੀ ਮੰਨਦੇ ਤੇ। ਦੁਸ਼ਮਣ ਕਹਿੰਦਾ ਮੈਂ ਤਮਾਸ਼ਾ ਮੌਤ ਦੇਖਣ ਗਿਆ, ਕਹਿੰਦਾ ਸਿੱਖਾਂ 'ਚ ਤਕਰਾਰ ਸੀ, ਰੌਲਾ ਪੈ ਰਿਹਾ, ਕਹਿੰਦਾ ਮੈਂ ਲੋਕਾਂ ਤੋਂ, ਭੀੜ ਤੋਂ, ਕਿਉਂਕਿ ਸਭ ਦੇ ਸਾਹਮਣੇ ਕਤਲ ਕੀਤਾ ਜਾਂਦਾ ਸੀ ਦਹਿਸ਼ਤ ਪਾਉਣ ਦੇ ਲਈ। ਅੱਜ ਵੀ ਤੁਸੀਂ YouTube 'ਤੇ ਵੀਡੀਓ ਦੇਖੋ, ਜਿਹੜੇ ਇਸਲਾਮਿਕ ਸਟੇਟ ਵਾਲੇ ਨੇ, ਜਿਹੜੇ ਉਹਨਾਂ ਦੇ ਖਤਰਨਾਕ, ਇਹ ਕਹਿ ਲਓ ਕਿ ਸੰਗਠਨ ਨੇ, ਉਹ ਪਬਲਿਕ ਤੌਰ 'ਤੇ ਬੰਦਿਆਂ ਨੂੰ ਮਾਰਦੇ ਨੇ ਤਾਂ ਕਿ ਦੂਜਿਆਂ 'ਚ ਦਹਿਸ਼ਤ ਪੈ ਜਾਏ, ਕੋਈ ਖੰਘਣ ਦੀ ਜ਼ਰੂਰਤ ਨਾ ਕਰੇ। ਉਸ ਵੇਲੇ ਤਾਂ ਹੈ ਹੀ, ਤੁਹਾਨੂੰ ਪਤਾ, ਰਾਜ ਕਿਹਾ ਜਾ ਸੀ। ਕਹਿੰਦਾ ਸਿੱਖਾਂ 'ਚ ਤਕਰਾਰ ਸੀ, ਅਤੇ ਮੈਂ ਅੱਗੇ ਜਾ ਕੇ ਜਦੋਂ ਦੇਖਿਆ ਜਲਾਦ ਬੰਦਿਆਂ ਨੂੰ ਕੱਟ ਰਿਹਾ, ਵੱਢ ਰਿਹਾ, ਇੱਕ ਇੱਕ ਅੱਗੇ ਆਉਂਦਾ, ਕਾਜ਼ੀ ਉਹਨੂੰ ਪੁੱਛਦਾ, ਮੌਤ ਇਸਲਾਮ, ਹੱਸ ਕੇ ਕਹਿੰਦੇ ਨੇ ਮੌਤ, ਔਰ ਗਰਦਨ ਆਪ ਉਸ ਲੱਕੜ ਦੇ ਥੜੇ ਉੱਤੇ ਰੱਖਦੇ ਨੇ ਜਿੱਥੇ ਉੱਤੋਂ ਟੱਕ ਮਾਰ ਕੇ ਗਰਦਨ ਵੱਢੀ ਜਾਊ। ਕਹਿੰਦਾ ਤਕਰਾਰ ਇਹ ਸੀ, ਸਿੱਖ ਰੌਲਾ ਪਾ ਰਹੇ ਸੀ, ਮੁਕਤਾ ਪਹਿਲਾਂ ਮੈਨੂੰ, ਮੁਕਤਾ, ਜਲਾਦ ਨੂੰ ਕਹਿੰਦਾ ਮੁਕਤਾ ਕਹਿ ਰਹੇ ਸੀ, ਉਹ ਮੁਕਤੀ ਦੇਣ ਵਾਲਾ, ਮੁਕਤਾ ਪਹਿਲਾਂ ਮੈਨੂੰ, ਮੁਕਤਾ ਪਹਿਲਾਂ ਮੈਂ। ਕਹਿੰਦਾ ਆਹ ਰੌਲਾ ਪੈ ਰਿਹਾ ਸੀ ਕਿ ਸ਼ਹੀਦ ਪਹਿਲਾਂ ਮੈਂ ਹੋਣਾ। ਇਹ ਮਰਦੂਦਾਂ ਦੀ ਪਤਾ ਨਹੀਂ ਕਹਿੰਦਾ ਕਿਹੋ ਜਿਹੀ ਆਦਤ ਹੈ, ਇੱਕ ਇੱਕ ਅੱਗੇ ਆਪ ਆਉਂਦਾ, ਸਾਹਮਣੇ ਵੱਡੇ ਜਾ ਰਹੇ ਨੇ, ਪਤਾ ਹੈ ਵੀ ਇਹ ਜ਼ਿੰਦਗੀ ਮੁੜ ਕੇ ਨਹੀਂ ਮਿਲਣੀ। ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਸੀ, ਕੀ ਖਾਧਾ ਕੀ ਪੀਤਾ ਉਹਨਾਂ ਨੇ, ਕਿੰਨਾ ਕੁ ਪਿਆਰ ਸੀ ਗੁਰੂ ਦਸ਼ਮੇਸ਼ ਪਿਤਾ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਸਿੱਖਿਆ ਦੇ ਨਾਲ, ਕਿਹੜੀ ਭਾਵਨਾ ਸੀ ਉਹਨਾਂ ਦੇ ਅੰਦਰ। 740 ਚੋਂ ਸਿੰਗਲ ਨਹੀਂ ਡੋਲਿਆ, ਸਿੰਗਲ। ਇਹ ਵੀ ਰਿਕਾਰਡ ਹੈ। ਜਿਹੜੇ ਉਹ ਕਹਿੰਦੇ ਨਾ ਬੰਦਈ ਖਾਲਸਾ, ਤਾਂ ਬੰਦਾ ਤਾਂ ਬੰਦਈ ਤੇ ਉਹ ਬੈਠੇ ਤੇ ਬਾਹਰ ਐਸ਼ ਕਰ ਰਹੇ ਨੇ, ਤੇ ਆਹ ਜਿਹੜੇ ਜਿਹਨਾਂ ਨੂੰ ਬੰਦਈ ਕਹਿੰਦੇ ਹੋ ਨਾ, ਹੈਗਾ ਤਾਂ ਇਹ ਤੱਤ ਖਾਲਸਾ ਸੀ, ਪਰ ਬੰਦਈਆਂ ਨੇ ਫਿਰ ਕਰਤੀ ਨਾ ਕਮਾਲ। ਗੁਰੂ ਦੇ ਸਿਦਕ ਤੋਂ ਇੱਕ ਵੀ ਨਹੀਂ ਹਿੱਲਿਆ ਯਾਰ। ਕੌਣ ਹੋਇਆ ਤੱਤ ਖਾਲਸੇ ਵਾਲਾ? ਯੋਧਾ ਕੌਣ ਸੀ? ਛੱਡ ਕੇ ਭੱਜਣ ਵਾਲੇ ਕਿ ਖੜਨ ਵਾਲੇ, ਮਰਦਾਂ ਵਾਂਗੂ ਖੜਨ ਵਾਲੇ। ਇੱਥੇ ਦੀਆਂ ਘਟਨਾਵਾਂ ਜਦੋਂ ਕਤਲ ਦੀਆਂ ਚੱਲ ਰਹੀਆਂ ਨੇ, ਤੁਹਾਨੂੰ ਦੱਸਿਆ ਰਾਹਾਂ 'ਚੋਂ ਲੋਕ ਫੜਦੇ, ਇੱਕ ਨੌਜਵਾਨ ਬੱਚਾ 15-16 ਸਾਲ ਦਾ ਰਾਹ 'ਚੋਂ, ਕਿਉਂਕਿ ਵਿਧਵਾ ਮਾਂ ਨੇ, ਬਜ਼ੁਰਗ ਮਾਂ ਨੇ ਮੂੰਹ ਦੀਆਂ ਗਰਾਹੀਆਂ ਦੇ ਕੇ ਮਸਾਂ ਪਾਲਿਆ, ਪਤੀ ਪਹਿਲੀ ਚੜ੍ਹਾਈ ਕਰ ਗਿਆ, ਛੋਟੇ ਜਿਹੇ ਨੂੰ ਪਾਲਿਆ, ਛੇਤੀ ਉਹ ਵਿਆਹ ਲਿਆ ਕਿ ਮੇਰੇ ਘਰ 'ਚ ਰੌਣਕ ਲੱਗ ਜੇ। ਜਦੋਂ ਵਿਆਹ ਕੇ ਹਲੇ ਡੋਲੀ ਲੈ ਕੇ ਆ ਰਹੇ ਨੇ, ਹਲੇ ਸੱਥ ਚੇਤੀ ਘਰੇ ਨਹੀਂ ਪਹੁੰਚੀ, ਆਹ ਧਾੜ ਪਹੁੰਚ ਗਈ। ਸਿੱਖ ਸਮਝ ਕੇ ਗ੍ਰਿਫਤਾਰ ਕਰਕੇ ਲੈ ਗਏ। ਮਾਂ ਰੋਂਦੀ ਕਰਲਾਉਂਦੀ ਪਿੱਟਦੀ ਰਹਿ ਗਈ। ਪੁੱਛ ਗਿੱਛ ਕੀਤੀ, ਹੋਇਆ ਕੀ ਹੈ? ਕਹਿੰਦੇ ਦਿੱਲੀ। ਉੱਧਰ ਲੈ ਗਏ ਕਤਲ ਲਈ। ਕਿਸੇ ਤਰ੍ਹਾਂ ਦੁੱਖ ਝੱਲਦੀ ਦਿੱਲੀ ਪਹੁੰਚ ਗਈ। ਦਿੱਲੀ ਬਾਦਸ਼ਾਹ ਫਰਖਸ਼ੀਅਰ ਸੈਯਦ ਭਰਾਵਾਂ ਦੀ ਮਦਦ ਦੇ ਨਾਲ ਤਖ਼ਤ 'ਤੇ ਬੈਠਿਆ ਸੀ, ਅਤੇ ਸੈਯਦਾਂ ਦਾ ਦੀਵਾਨ ਸੀ ਰਤਨ ਚੰਦ ਹਿੰਦੂ। ਉਸ ਹਿੰਦੂ ਨੂੰ ਜਾ ਕੇ ਫਰਿਆਦੀ ਹੋਈ, ਉਹਦੇ ਪੈਰ ਫੜੇ ਕਿ ਮੈਨੂੰ ਕਿਸੇ ਤਰ੍ਹਾਂ ਬਖਸ਼ ਲਓ। ਉਹ ਸੈਯਦ ਭਰਾਵਾਂ ਕੋਲ ਉਹਨੇ ਸਿਫਾਰਿਸ਼ ਕੀਤੀ ਵੀ ਇੱਦਾਂ ਮਾਤਾ ਆਈ ਹੈ, ਗੱਲ ਸੁਣ ਲਓ ਜੀ ਇਹਦੀ। ਕਿਉਂਕਿ ਆਪ ਕਿਹੜਾ ਇੰਨੀ ਜ਼ਰੂਰਤ ਹੁੰਦੀ ਸੀ ਕਿ ਬਾਦਸ਼ਾਹ ਤੱਕ ਪਹੁੰਚ ਤਾਂ ਹੈ ਨਹੀਂ ਸੀ। ਸੈਯਦ ਭਰਾਵਾਂ ਨੂੰ ਬੇਨਤੀ ਕੀਤੀ, ਸੈਯਦਾਂ ਦੀ ਮਦਦ ਦੇ ਨਾਲ ਫਰਖਸ਼ੀਅਰ ਤੱਕ ਪਹੁੰਚੀ। ਉਹਨੂੰ ਜਾ ਕੇ ਹੱਥ ਜੋੜ ਕੇ ਕਿਹਾ ਕਿ ਅਸੀਂ ਤਾਂ ਹਿੰਦੂ ਐਵੇਂ ਆ ਗਿਆ, ਫੜਿਆ। ਇਹ ਤਾਂ ਗਲਤੀ ਨਾਲ ਫੜ ਲਿਆ, ਅਸੀਂ ਕਦੋਂ ਸਿੱਖਾਂ? ਇਹ ਤਾਂ ਸਿੱਖਾਂ ਦਾ ਭੁਲੇਖਾ। ਅਸਲ ਵਿੱਚ ਉਹਨੇ ਜੋ ਕਿਹਾ, ਉਹਨੇ ਇਹ ਕਿਹਾ ਕਿ ਇਹ ਸਿੱਖਾਂ ਨੇ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਉਹਨਾਂ ਦੀ ਕੈਦ ਵਿੱਚ ਸੀ, ਅਸੀਂ ਸਿੱਖ ਥੋੜ੍ਹਾ। ਕਹਿੰਦਾ ਪਹੁੰਚੀ ਪਿੱਟਦੀ ਵਿੱਚ ਦਰਬਾਰ ਦੇ, ਕਹਿੰਦੀ ਵਾਸਤਾ ਅੱਲਾ ਦਾ ਪਾ, ਮੇਰਾ ਛੱਡ ਦੇ ਨਥਾਮੀ ਦਾ ਲਾਡਲਾ, ਤੇਰੇ ਹੱਕ ਵਿੱਚ ਕਰਾਂ ਮੈਂ ਦੁਆ। ਐਵੇਂ ਫੜਿਆ, ਸਿੱਖਾਂ ਨਾਲ ਆ ਗਿਆ। ਪਰ ਉਹ ਸਿੱਖ ਨਹੀਂ ਗਾ, ਰਾਮ ਗਵਾ। ਅਸੀਂ ਹਿੰਦੂ ਹਾਂ, ਗੁਲਾਮ ਤੇਰੇ ਨਿੱਤ ਦੇ, ਤੂੰ ਰਈਅਤ, ਅਸੀਂ ਰਈਅਤ, ਤੂੰ ਸਾਡਾ ਬਾਦਸ਼ਾਹ। ਮੇਰੀ ਵਿਧਵਾ ਦੀ ਮਨ ਫਰਿਆਦ ਲੈ, ਠੰਡ ਕਾਲਜੇ ਤੱਤੀ ਦੇ ਪਾ, ਮੇਰੀ ਵਸਦੀ ਦੁਨੀਆ ਰਹਿਣ ਦੇ, ਮੇਰੇ ਬੱਚੇ ਦੀ ਜਾਨ ਬਚਾ, ਜੀਵੇ ਜੁਗ ਜੁਗ ਮਾਣੇ ਬਾਦਸ਼ਾਹੀਆਂ, ਚਾਉਣੇ ਮਰਤਵੇ ਕਰੇ ਖੁਦਾ। ਇਸ ਢੰਗ ਦੇ ਨਾਲ ਉਹਨੇ ਬੇਨਤੀ ਕੀਤੀ ਤੇ ਦੱਸਿਆ ਕਿ ਅਸੀਂ ਜਦੋਂ ਸਿੱਖੀ ਨਹੀਂ, ਤਾਂ ਉਹ ਕਿਹਾ, ਕਹਿੰਦਾ ਹਾਂ ਤੁਸੀਂ ਜੇ ਸਿੱਖੀ ਨਹੀਂ, ਫਿਰ ਇਹ ਕਤਲੇਆਮ ਦਾ ਹੁਕਮ ਤਾਂ ਸਿਰਫ ਸਿੱਖਾਂ ਵਾਸਤੇ। ਹੁਣ ਇੱਥੇ ਫੇਰ ਗੱਲ ਆ ਗਈ, ਜਿਹੜੇ ਬੰਦਈ ਕਹਿੰਦੇ ਨੇ ਨਾ, ਜਾਂ ਜਿਹੜੇ ਇਹ ਕਹਿੰਦੇ ਨੇ ਬੰਦਾ ਬਹਾਦਰ ਸਿੱਖ ਨਹੀਂ ਸੀ, ਹੁਕਮ ਤਾਂ ਸਿੱਖਾਂ ਲਈ ਸੀ। ਨਹੀਂ, ਹਕੀਕਤ ਸਿੰਘ ਨਹੀਂ ਸੀ ਜੀ। ਇਸ ਬੱਚੇ ਦਾ ਨਾਮ ਨਿਸ਼ਾਨ ਸਿੰਘ ਸੀ, ਉਹ ਹੋਰ ਸੀ। ਹਕੀਕਤ ਸਿੰਘ ਦੀ ਗੱਲ ਫੇਰ ਕਰਾਂਗੇ, ਉਹ ਇੱਥੇ ਨਹੀਂ ਸੀ। ਇਹਦਾ ਨਾਮ ਨਿਸ਼ਾਨ ਸਿੰਘ ਸੀ। ਇਹ ਬੱਚੇ ਦਾ ਜਦੋਂ ਵਾਰੀ ਆਈ ਹੈ ਕਤਲ ਕਰਨ ਦੀ, ਉਸੇ ਵੇਲੇ ਉਹ ਬਾਦਸ਼ਾਹ, ਕਿਉਂਕਿ ਪਰਵਾਨਾ ਲਿਖ ਕੇ ਦੇ ਦਿੱਤਾ ਉਹਨੇ ਕਿ ਕਾਜ਼ੀ ਨੂੰ, ਕਿ ਜਾਓ ਬੱਚਾ ਸਿੱਖ ਨਹੀਂ, ਉਹਨੂੰ ਆਜ਼ਾਦ ਕਰ ਦਿਓ। 40-50 ਜਾਂ 50-60
ਸਿੰਘ ਸ਼ਹੀਦ ਹੋ ਚੁੱਕੇ ਨੇ ਉਹਦੇ ਤੋਂ ਪਹਿਲਾਂ। ਸਿਰਾਂ ਦੇ ਢੇਰ ਲਾਏ ਪਏ ਨੇ, ਕੁਝ ਨੇਜਿਆਂ ਤੇ ਟੰਗੇ ਪਏ ਨੇ, ਹੱਡ ਪੈਰ ਲੱਤਾਂ ਬਾਹਾਂ ਵੱਢ ਵੱਢ ਕੇ ਸਿੱਟੀਆਂ ਹੋਈਆਂ ਨੇ ਦਹਿਸ਼ਤ ਪਾਉਣ ਦੇ ਲਈ। ਲਹੂ ਤੇ ਮਿੱਝ ਦਾ ਘਾਣ ਹੋਇਆ ਪਿਆ, ਖੂਨ ਤਾਂ ਆਪਣਾ ਮਾੜਾ ਜਿਹਾ ਡੁੱਲ ਜੇ ਕੀ ਕੁਛ ਹੋ ਜਾਂਦਾ ਹੱਥ ਤੇ ਜਿੱਥੇ 50-60 ਬੰਦੇ ਵੱਡੇ ਪਏ ਹੋਣ, ਲਾਸ਼ਾਂ ਤੜਫ ਰਹੀਆਂ ਹੋਣ, ਉੱਥੇ ਕੀ ਹਾਲਤ ਹੋਊ। ਤੇ ਵਿਚਕਾਰ 14-15 ਸਾਲ ਦਾ ਜੋ ਬੱਚਾ ਖੜਾ ਹੋਵੇ। ਉਸੇ ਵੇਲੇ ਚੀਕਾਂ ਮਾਰਦੀ, ਝੰਗਿਆਣਾ ਮਾਰਦੀ ਉਹ ਔਰਤ ਪਹੁੰਚ ਗਈ, ਜਾ ਕੇ ਕਾਜੀ ਦੇ ਪੈਰ ਫੜੇ ਕਿ ਆ ਪਰਵਾਨਾ ਬਾਦਸ਼ਾਹ ਨੇ ਦਿੱਤਾ, ਮੇਰਾ ਮੁੰਡਾ ਸਿੱਖ ਨਹੀਂ, ਸਾਨੂੰ ਛੱਡ ਦਿਓ। ਉਹਨੇ ਪਰਵਾਨਾ ਪੜ੍ਹਿਆ ਤੇ ਜਲਾਦ ਨੂੰ ਹੁਕਮ ਕੀਤਾ ਕਿ ਬੱਚੇ ਨੂੰ ਆਜ਼ਾਦ ਕਰ ਦਿਓ। ਬੱਚਾ ਆ ਗਿਆ, ਕਹਿੰਦਾ ਕੀ ਗੱਲ, ਮੈਨੂੰ ਕਿਉਂ ਛੱਡਿਆ? ਤਾਂ ਕਾਜੀ ਨੇ ਕਿਹਾ ਕਿ ਬੱਚਾ ਬਹੁਤ ਖੁਸ਼ਕਿਸਮਤ ਹੈ, ਮੌਤ ਦੇ ਮੂੰਹ ਚੋਂ ਕੱਢ ਕੇ ਅੱਲਾਹ ਪਾਕ ਨੇ ਨਵੀਂ ਜ਼ਿੰਦਗੀ ਦਿੱਤੀ ਹੈ, ਜਾਓ ਜਵਾਨੀਆਂ ਮਾਣੋ। ਉਹ ਕਹਿੰਦਾ ਪਰ ਛੱਡਿਆ ਮੈਨੂੰ ਕਿਉਂ ਹੈ? ਉਹ ਕਹਿੰਦਾ ਕਿਉਂਕਿ ਇਹ ਕਤਲ ਦਾ ਜਿਹੜਾ ਹੁਕਮ ਹੈ ਇਹ ਸਿਰਫ ਔਰ ਸਿਰਫ ਸਿੱਖਾਂ ਲਈ ਹੈ ਤੇ ਤੂੰ ਸਿੱਖ ਨਹੀਂ। ਤੇਰੀ ਮਾਂ ਨੇ ਦੱਸਿਆ, ਕਹਿੰਦੇ ਸ਼ੇਰ ਵਾਂਗੂ ਗਰਜ ਕੇ ਬੋਲਿਆ, ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਦਾ ਸਿੱਖ ਹਾਂ, ਪੂਰਨ ਸਿੱਖ ਹਾਂ, ਮੈਨੂੰ ਆਪਣੇ ਭਰਾਵਾਂ ਕੋਲੇ ਪਹੁੰਚਾਓ। ਜਿਹੜੀ ਕਿਰਪਾਨ ਮੇਰੇ ਭਰਾਵਾਂ ਤੇ ਚੱਲਦੀ ਨਹੀਂ ਥੱਕੀ, ਮੇਰੇ ਤੋਂ ਕਿਉਂ ਸ਼ਰਮਾ ਗਈ ਆ ਕੇ? ਮੈਂ ਸਿੱਖ ਹਾਂ, ਸਿੱਖ ਗੁਰੂ ਗੋਬਿੰਦ ਸਿੰਘ ਦਾ, ਉਹੀ ਮੇਰਾ ਬਾਪ ਹੈ, ਉਹੀ ਮੇਰਾ ਪਿਓ ਹੈ। ਇਹ ਲਲਕਾਰਾ ਮਾਰਿਆ ਸ਼ੇਰ ਨੇ। ਮਾਂ ਨੇ ਬਥੇਰੇ ਵਾਸਤੇ ਪਾਏ, ਬਥੇਰਾ ਇਹ ਦਿਖਾਇਆ ਕਿ ਤੇਰੀ ਘਰ ਵਾਲੀ ਦੇਖ ਲੈ ਹਾਲੇ ਸੱਜਰੀ ਵਿਆਹੀ ਹੈ, ਉਹਦਾ ਕੀ ਬਣੂ। ਕਾਜੀ ਨੇ ਵੀ ਸਮਝਾਇਆ ਬੱਚਾ ਜਿੱਦ ਨਹੀਂ ਕਰੀਂਦੀ, ਪਰ ਅੜ ਗਿਆ। ਕਹਿੰਦਾ ਨਾ, ਮੈਂ ਗੁਰੂ ਤੋਂ ਬੇਮੁਖ ਨਹੀਂ ਹੁੰਦਾ, ਮੈਨੂੰ ਉੱਥੇ ਪਹੁੰਚਾਓ ਜਿੱਥੇ ਮੇਰੇ ਭਾਈ ਗਏ ਨੇ, ਮੈਂ ਜਾਣਾ ਚਾਹੁੰਦਾ, ਮੈਂ ਸ਼ਹੀਦ ਹੋਣਾ ਚਾਹੁੰਦਾ। ਜਿੱਦ ਕਰਕੇ ਸ਼ਹੀਦ ਹੋਇਆ, ਉਹ ਜਿੱਦ ਕਰਕੇ। ਇਹ ਘਟਨਾਵਾਂ ਘਟੀਆਂ ਨੇ ਉੱਥੇ। ਇਹੋ ਜਿਹੇ ਪਤਾ ਨਹੀਂ ਕਹਿੰਦਾ ਕਿਹੋ ਜਿਹੇ ਸਿੱਖ ਸੀ, ਕੀ ਇਹਨਾਂ ਦੇ ਚਾਹ। ਸੋ ਇਹੋ ਜਿਹੀ ਘਟਨਾਵਾਂ ਜਿਹੜੀਆਂ ਉੱਥੇ ਘਟੀਆਂ ਨੇ, ਕਿਵੇਂ ਵੰਡ ਕੇ ਛਕਣ ਦਾ ਸਿਧਾਂਤ ਹੋਇਆ। ਬਾਬਾ ਬਾਜ ਸਿੰਘ ਨੇ ਜੋ ਆਪਣੀ ਬਹਾਦਰੀ ਅਖੀਰ ਸਮੇਂ ਦਿਖਾਈ, ਬੰਦਾ ਸਿੰਘ ਨੂੰ ਕਿਵੇਂ ਸ਼ਹੀਦ ਕੀਤਾ ਗਿਆ, ਇਹ ਸਾਂਝ ਅਗਲੀ ਵਾਰ ਕਰਾਂਗੇ। ਇੰਨੀ ਕੁ ਸੇਵਾ ਹੁਣ ਪ੍ਰਵਾਨ ਕਰੋ। ਬੋਲਦੇ ਹੋਏ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਕਿਉਂਕਿ ਆਪਾਂ ਕਿਹੜਾ ਕੋਈ ਬਹੁਤੇ ਗੁਣੀ ਗਿਆਨੀ ਆ, ਜਿੰਨਾ ਸਮਝ ਹੈ ਤੁਹਾਡੇ ਨਾਲ ਸਾਂਝ ਕਰ ਲੈਂਦੇ ਹਾਂ। ਸੋ ਉਮੀਦ ਹੈ ਇਸੇ ਤਰ੍ਹਾਂ ਜੁੜਦੇ ਰਹੋਗੇ। ਜਿਹੜੇ ਵੀ ਵੀਡੀਓ ਦੇਖਦੇ ਹੋ, ਸੁਣਦੇ ਹੋ, ਸ਼ੇਅਰ ਕਰਦੇ ਹੋ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਹੈ। ਆਪਣੇ ਯੋਧਿਆਂ ਦੀਆਂ ਗੱਲਾਂ ਆਪਣੇ ਭਰਾਵਾਂ ਭੈਣਾਂ ਤੱਕ ਪਹੁੰਚਣ, ਸਾਡੇ ਵਿਰਸੇ ਦਾ ਪਤਾ ਲੱਗੇ ਕਿ ਅਸੀਂ ਕੌਣ ਹਾਂ, ਕਿਸ ਕੌਮ ਦੇ ਵਾਰਸ ਹਾਂ, ਸਾਡੀ ਬੈਕਗਰਾਉਂਡ ਕੀ ਹੈ। ਮੌਜੂਦਾ ਹਾਲਤ 'ਤੇ ਵੀ ਨਾਲ ਨਾਲ ਆਪਾਂ ਥੋੜ੍ਹਾ ਬਹੁਤਾ ਜ਼ਿਕਰ ਕਰਦੇ ਹਾਂ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਉਸ ਸਾਨੂੰ ਵੀ ਬੰਦੇ ਬਣਾ ਲੈਣ, ਜਿਵੇਂ ਬੰਦਾ ਸਿੰਘ ਬਹਾਦਰ ਨੂੰ ਬੰਦਾ ਬਣਾਇਆ ਸੀ, ਆਪਾਂ ਵੀ ਕਦੇ ਬੰਦੇ ਬਣ ਜਾਈਏ। ਅਕਲ ਆ ਜੇ, ਅਕਲ ਤੋਂ ਕੰਮ ਲਈਏ ਤੇ ਗੁਰੂ ਦੇ ਨਾਲ ਓਨਾ ਕੁ ਪਿਆਰ ਬਣ ਜੇ ਜਿਹੋ ਜਿਹਾ ਉਹਨਾਂ ਸਿੱਖਾਂ ਦਾ ਸੀ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ, ਸਾਰਿਆਂ ਦੇ ਉੱਤੇ ਮੇਰਾ ਭਰਿਆ ਹੱਥ ਰੱਖਣ। ਸੋ ਇੰਨੀਆਂ ਕੁ ਸੇਵਾ ਪ੍ਰਵਾਨ। ਅਗਲੇ ਸੈਚਰਡੇ ਸੰਡੇ ਇਸੇ ਸਮੇਂ ਦੇ ਅਨੁਸਾਰ ਫੇਰ ਮਿਲਾਂਗੇ। ਫੇਰ ਇੱਕ ਵਾਰੀ ਖਿਮਾ ਦਾ ਜਾਚਕ, ਫਤਿਹ ਦੀ ਸਾਂਝ ਫਤਿਹ ਵਿੱਚ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।